1984 ਦੇ ਵਿੱਚ ਜਿਹੜਾ ਨਸਲਕੁਸ਼ੀ ਹੋਈ ਸਿੱਖਾਂ ਦੀ ਵੱਡੇ ਪੈਮਾਨੇ ਦੇ ਉੱਤੇ, ਖਾਸ ਤੌਰ ਦੇ ਉੱਤੇ ਦਿੱਲੀ ਦੇ ਵਿੱਚ ਕਾਫੀ ਵੱਡੇ ਪੱਧਰ ਦੇ ਉੱਤੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਜਾਂ ਕਰਵਾਇਆ ਗਿਆ। ਉਸ ਤੋਂ ਪਹਿਲਾਂ ਕੀ ਇਸ ਦਾ ਅੰਦਾਜ਼ਾ ਲੱਗਣਾ ਸ਼ੁਰੂ ਹੋ ਗਿਆ ਸੀ ਕਿ ਇਸ ਤਰ੍ਹਾਂ ਦੀ ਘਟਨਾ ਜਿਹੜੀ ਹੈਗੀ ਹੈ ਕਿਤੇ ਨਾ ਕਿਤੇ ਵਾਪਰ ਸਕਦੀ ਹੈ? ਸਾਰੇ ਹਿੰਦੁਸਤਾਨ 'ਚ ਇਹਦਾ ਫੈਲਾਅ ਸੀ ਸਿੱਖ ਕਤਲੇਆਮ ਦਾ। ਜਿਹੜਾ ਸਿੱਖ ਜਿੱਥੇ ਵੀ ਮਿਲਦਾ ਸੀ ਮਾਰਿਆ ਗਿਆ ਜਾਂ ਕੁੱਟਿਆ ਗਿਆ ਜਾਂ ਲੁੱਟਿਆ ਗਿਆ, ਘੱਟੋ ਘੱਟ ਇਹਨਾਂ ਦਾ ਜ਼ਰੂਰ ਹੋਇਆ। ਜੇ ਕੋਈ ਬਚਾਅ ਹੋ ਗਿਆ ਤਾਂ ਅਚਾਨਕ ਹੀ ਬਚਾਅ ਹੋ ਗਿਆ, ਅਦਰਵਾਈਜ਼ ਬਚਾਅ ਵਾਲੀ ਕੋਈ ਗੱਲ ਨਹੀਂ ਸੀ। ਪੰਜਾਬ ਦੇ ਵਿੱਚ ਅਖਬਾਰਾਂ ਛਪਦੀਆਂ ਸੀ, ਪਰ ਉਹਦੇ 'ਚ ਜਿਹੜੀ ਸਿੱਖ ਵਿਰੋਧੀ ਕਤਲੇਆਮ ਵਾਲੀ ਜਾਂ ਹਿੰਸਾ ਵਾਲੀ ਕੋਈ ਖਬਰ ਨਹੀਂ ਸੀ ਛਪਦੀ। ਅਤੇ ਉਹਨਾਂ ਦਿਨਾਂ ਦੇ ਵਿੱਚ ਅਖਬਾਰ ਖਾਲੀ ਆਉਂਦੇ ਹੁੰਦੇ ਸੀ। ਉਹ ਜਿਹੜੀ ਖਬਰ ਲਿਖੀ ਹੁੰਦੀ ਸੀ ਉਹ ਸਰਕਾਰ ਉੱਥੋਂ ਕਟਾ ਦਿੰਦੀ ਸੀ। ਮੈਨੂੰ ਲੱਗਦਾ ਬੱਸਾਂ ਰੇਲਾਂ ਵੀ ਸ਼ਾਇਦ ਬੰਦ ਕਰਾਤੀਆਂ ਹੁਣ, ਕਿਉਂਕਿ ਬਾਜ਼ਾਰ ਬੰਦ ਕਰਾਤੇ ਸੀ ਸਰਕਾਰ ਨੇ। ਪਹਿਲੀ ਵਾਰੀ ਹੋਇਆ ਕਿ CRP ਨੇ ਆ ਕੇ ਬਾਜ਼ਾਰ ਬੰਦ ਕਰਾਏ। ਜਿੱਥੇ ਕਿਤੇ ਕੋਈ ਸਿੱਖੀ ਨਿਸ਼ਾਨ ਲਿਖਿਆ ਦੇਖ ਲਿਆ ਉਹਨਾਂ ਨੇ ਟਰੱਕ 'ਤੇ, ਉਹ ਖੰਡਾ ਛਪਿਆ ਦੇਖ ਲਿਆ, ਇੱਕ ਓਂਕਾਰ ਦੇਖ ਲਿਆ, ਗੁਰੂ ਸਾਹਿਬ ਦੀ ਫੋਟੋ ਦੇਖ ਲਈ, ਉਹਨਾਂ ਨੂੰ ਵੀ ਟਰੱਕ ਨੂੰ ਉਹਨਾਂ ਨੇ ਸਾੜਿਆ। ਕਿ ਉਸ ਵੇਲੇ ਪੰਜਾਬ ਦੇ ਵਿੱਚ ਜਿੱਦਾਂ ਤੁਸੀਂ ਬਾਕੀ ਨੈਸ਼ਨਲ ਮੀਡੀਆ ਉਹਦੇ 'ਤੇ ਪਾਬੰਦੀ ਸੀਗੀ, ਪੰਜਾਬ ਦੇ ਵਿੱਚ ਕੁਝ ਸੀਗੇ ਇੱਦਾਂ ਦੇ ਅਦਾਰੇ ਜਿਨ੍ਹਾਂ ਨੇ ਇਹਨਾਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਛਾਪਿਆ ਉਸ ਵੇਲੇ? ਜਿਹੜੀ ਛਾਪਣ ਦੀ ਗੱਲ ਹੈ ਨਾ ਜੀ, ਉਹ ਮੈਂ ਤੁਹਾਨੂੰ ਦੱਸਿਆ ਵੀ ਉਹ ਦਿੱਲੀ ਤੱਕ ਹੀ ਮਹਿਦੂਦ ਰਹੀ ਆ। ਦਿੱਲੀ ਦੀਆਂ ਹੀ ਖਬਰਾਂ ਛਪੀਆਂ ਨੇ ਜਿਹੜੀਆਂ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਕੋਈ ਵਰਤਾਂਤ ਵਾਪਰ ਸਕਦਾ ਕਿਤੇ ਨਾ ਕਿਤੇ? ਤੁਹਾਨੂੰ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਹੁਣ ਵੀ ਸੈਂਟਰ ਸਰਕਾਰ ਚੱਲ ਰਹੀ ਹੈ ਔਰ ਜਿਸ ਤਰੀਕੇ ਦੇ ਨਾਲ ਹੁਣ ਵੀ ਕਿਤੇ ਨਾ ਕਿਤੇ ਭਰਮ ਭੁਲੇਖੇ ਹੈਗੇ ਆ ਸਿੱਖਾਂ ਦੇ ਅੰਦਰ ਕਈ ਤਰ੍ਹਾਂ ਦੇ ਨਾਲ, ਇਹ ਨੁਕਸਾਨ ਹੋ ਸਕਦਾ ਸਿੱਖਾਂ ਨੂੰ ਕਿਤੇ ਅੱਗੇ ਜਾ ਕੇ? ਦੇਖੋ ਜੀ, ਇਹ ਤਾਂ ਹੁਣ ਸਿੱਖਾਂ ਨੂੰ ਸਮਝ ਹੀ ਲੈਣਾ ਚਾਹੀਦਾ ਵੀ ਇਹੋ ਜਿਹਾ ਇੱਕ ਨਹੀਂ, ਪਤਾ ਨਹੀਂ ਕਿੰਨੀ ਵਾਰ ਹੋਣਾ। ਹੁਣ ਤੁਸੀਂ ਦੇਖੋ ਕਿਸਾਨ ਐਜੀਟੇਸ਼ਨ ਚੱਲ ਰਹੀ ਹੈ, ਉਹਨੂੰ ਵੀ ਮੋਦੀ ਸਾਹਿਬ ਮੈਨੂੰ ਲੱਗਦਾ ਘੁੰਮ ਘੁਮਾ ਕੇ ਤੇ ਅੱਤਵਾਦ ਵੱਖਵਾਦ ਵਾਲੇ ਐਂਗਲ ਤੋਂ ਲਿਆ ਕੇ ਉੱਥੇ ਖੜਾ ਕਰਕੇ ਉਹੀ ਜਿਹੜਾ ਦੌਰ ਫੇਰ ਵਰਤਾਉਣ ਦੀ ਸੰਭਾਵਨਾ ਹੈਗੀ ਆ। ਜਿਵੇਂ ਉਹਨਾਂ ਨੇ ਕਿਸਾਨੀ ਅੰਦੋਲਨ ਨੂੰ 370 ਨਾਲ ਇਕੱਠਾ ਕਰਕੇ ਜੋੜਿਆ, ਨਾ 370 ਤੋਂ ਮੈਂ ਪਿੱਛੇ ਹਟੂੰਗਾ ਅਤੇ ਨਾ ਹੈ ਕਿਸਾਨ ਜਿਹੜੇ ਕਾਨੂੰਨ ਨੇ ਇਹਨਾਂ ਤੋਂ ਹਟੂੰਗਾ। ਹੋਰ ਸੂਬਿਆਂ ਨਾਲ ਤਾਂ ਕਿਤੇ ਧੱਕਾ ਹੋਇਆ ਹੀ ਨਹੀਂ। ਪਾਣੀ ਕਿਸੇ ਸੂਬੇ ਦੇ ਨਹੀਂ ਖੋਏ ਗਏ, ਰਾਜਧਾਨੀ ਕਿਸੇ ਸੂਬੇ ਦੀ ਨਹੀਂ ਖੋਈ ਗਈ। ਉਹਨਾਂ ਦੀ ਸੂਬੇ ਦੀ ਬੋਲੀ ਬੋਲਦੇ ਇਲਾਕੇ ਕਿਤੇ ਦੂਜੇ ਸੂਬੇ 'ਚ ਨਹੀਂ ਰੱਖੇ ਗਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ STV ਪੰਜਾਬ ਤੇ ਮੈਂ ਸਨੀ ਸੁਜਾਪੁਰ ਤੁਹਾਡਾ ਸਵਾਗਤ ਕਰਦਾ ਹਾਂ। 31 ਅਕਤੂਬਰ ਲੰਘ ਕੇ ਗਿਆ। ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਇਸ ਦਿਨ ਉਹਨਾਂ ਦੇ ਸੁਰੱਖਿਆ ਗਾਰਡਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਦਰਬਾਰ ਸਾਹਿਬ ਦੇ ਉੱਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ ਗਿਆ ਸੀ। ਉਸ ਦੇ ਰੋਸ ਦੇ ਵਜੋਂ ਉਹਨਾਂ ਦਾ ਕਤਲ ਹੋਇਆ ਅਤੇ ਉਸ ਤੋਂ ਬਾਅਦ ਨਵੰਬਰ ਦੇ ਵਿੱਚ ਜਿਹੜਾ ਬਿਰਤਾਂਤ ਦਿੱਲੀ ਦੇ ਵਿੱਚ ਅਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵਾਪਰਿਆ, ਉਸ ਘਟਨਾਕ੍ਰਮ ਦੀ ਸ਼ੁਰੂਆਤ ਕਦੋਂ ਹੋਈ, ਕੀ ਉਹਦੇ ਪਿੱਛੇ ਲੁਕਵੇਂ ਕਾਰਨ ਸੀ ਜਿਹੜੀ ਅੱਜ ਵੀ ਸਾਡੀ ਨੌਜਵਾਨ ਪੀੜ੍ਹੀ ਹੈ ਉਹਨੂੰ ਨਹੀਂ ਪਤਾ? ਇਸ ਬਾਰੇ ਦੇ ਵਿੱਚ ਚਰਚਾ ਕਰਨ ਦੇ ਲਈ ਅੱਜ ਮੇਰੇ ਨਾਲ ਮੌਜੂਦ ਨੇ ਗੁਰਪ੍ਰੀਤ ਸਿੰਘ ਮਡਿਆਣੀ। ਉੱਘੇ ਲੇਖਕ ਨੇ, ਇਤਿਹਾਸ ਦੀ ਡੂੰਘੀ ਸਮਝ ਰੱਖਦੇ ਨੇ ਅਤੇ ਕਾਫੀ ਪੜਚੋਲ ਕਰਕੇ ਆਪਣੇ ਜਿਹੜੇ ਲੇਖ ਹੈ, ਤੁਸੀਂ ਉਹਨਾਂ ਦੇ ਲੇਖ ਕਈ ਅਖਬਾਰਾਂ ਦੇ ਵਿੱਚ ਛਪਦੇ ਨੇ, ਉਹ ਪੜ੍ਹਦੇ ਵੀ ਰਹਿੰਦੇ ਹੋ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਗੁਰਪ੍ਰੀਤ ਜੀ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ STV ਪੰਜਾਬ ਦੇ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਜਿੱਦਾਂ ਮੈਂ ਆਪਣੀ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ, 1984 ਦੇ ਵਿੱਚ ਜਿਹੜਾ ਨਸਲਕੁਸ਼ੀ ਹੋਈ ਸਿੱਖਾਂ ਦੀ ਵੱਡੇ ਪੈਮਾਨੇ ਦੇ ਉੱਤੇ, ਖਾਸ ਤੌਰ ਦੇ ਉੱਤੇ ਦਿੱਲੀ ਦੇ ਵਿੱਚ ਕਾਫੀ ਵੱਡੇ ਪੱਧਰ ਦੇ ਉੱਤੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਜਾਂ ਕਰਵਾਇਆ ਗਿਆ। ਉਸ ਤੋਂ ਪਹਿਲਾਂ ਕੀ ਇਸ ਦਾ ਅੰਦਾਜ਼ਾ ਲੱਗਣਾ ਸ਼ੁਰੂ ਹੋ ਗਿਆ ਸੀ ਕਿ ਇਸ ਤਰ੍ਹਾਂ ਦੀ ਘਟਨਾ ਜਿਹੜੀ ਹੈਗੀ ਹੈ ਕਿਤੇ ਨਾ ਕਿਤੇ ਵਾਪਰ ਸਕਦੀ ਹੈ? ਕੋਈ ਲੁਕਵੇਂ ਉਹਦੇ ਜਿਹੜੇ ਹੈਗੇ ਆ ਪਲਸ ਕਿਤੇ ਨਾ ਕਿਤੇ ਉਸ ਵੇਲੇ ਦੇ ਵਿਦਵਾਨਾਂ ਨੇ ਕੋਈ ਇਸ ਤਰ੍ਹਾਂ ਦੀ ਪਲਸ ਨੂੰ ਮਹਿਸੂਸ ਕੀਤਾ ਸੀ ਕਿ ਇਸ ਤਰ੍ਹਾਂ ਦੀ ਘਟਨਾ ਹੋ ਸਕਦੀ ਹੈ? ਦੇਖੋ, ਵਿਦਵਾਨਾਂ ਨੇ ਸ਼ਾਇਦ ਕਰ ਲਿਆ ਹੋਵੇ ਮਹਿਸੂਸ, ਪਰ ਆਮ ਪਬਲਿਕ ਨੂੰ ਇਹਦਾ ਕਿਤੇ ਸੁਪਨੇ ਦੇ ਵਿੱਚ ਵੀ ਕਿਆਸ ਨਹੀਂ ਸੀ ਵੀ ਇਹ ਕੁਛ ਸਾਡੇ ਨਾਲ ਹੋ ਸਕਦਾ, ਜਾਂ ਸਰਕਾਰ ਆਪਦੀ
ਇਹਦੀ ਪੁਸ਼ਤ ਪਨਾਹੀ ਕਰਕੇ ਕਿਸੇ ਵੀ ਮਤਲਬ ਵਰਗ ਨੂੰ ਨਿਸ਼ਾਨਾ ਬਣਾ ਸਕਦੀ ਆ। ਇਸ ਤਰ੍ਹਾਂ ਦਾ ਕੋਈ ਕਿਆਸ ਨਹੀਂ ਸੀ। ਇਹ ਜੋ ਕੁਝ ਹੋਇਆ ਲੋਕਾਂ ਵਾਸਤੇ ਤਾਂ ਇਹ ਅਚਾਨਕ ਹੀ ਸੀ ਵੀ ਇਹ ਪਤਾ ਨਹੀਂ ਕਿਉਂ ਹੋਇਆ। ਸਿੱਖਾਂ ਵਾਸਤੇ ਉਸ ਤੋਂ ਬਾਅਦ ਜਦੋਂ ਇਹ ਬਿਰਤਾਂਤ ਵਾਪਰਦਾ ਹੈ ਤੇ ਉੱਥੇ ਜਿਹੜੀਆਂ ਹੈਗੀਆਂ ਬਹੁਤ ਵੱਡੇ ਪੱਧਰ ਦੇ ਉੱਤੇ ਕਤਲੇਆਮ ਕੀਤਾ ਗਿਆ, ਚਾਹੇ ਉਹਦੇ ਬਾਰੇ ਆਪਾਂ ਚਰਚਾ ਕਰਦੇ ਹਾਂ ਉਹਦੇ ਬਾਰੇ ਵੀ, ਪਰ ਇਹਦੀਆਂ ਜਿਹੜੀਆਂ ਖਬਰਾਂ ਨੇ ਉਹ ਪੰਜਾਬ ਪਹੁੰਚਣੀਆਂ ਕਦੋਂ ਸ਼ੁਰੂ ਹੋਈਆਂ? ਇਹ ਇੱਕ ਤਾਂ ਮੈਂ ਦੱਸ ਦਿਆਂ ਵੀ ਪੰਜਾਬ ਨੂੰ ਛੱਡ ਕੇ ਸਾਰੇ ਹਿੰਦੁਸਤਾਨ 'ਚ ਇਹਦਾ ਫੈਲਾਅ ਸੀ। ਸਿੱਖ ਕਤਲੇਆਮ ਦਾ ਜਿਹੜਾ ਸਿੱਖ ਜਿੱਥੇ ਵੀ ਮਿਲਦਾ ਸੀ ਮਾਰਿਆ ਗਿਆ ਜਾਂ ਕੁੱਟਿਆ ਗਿਆ ਜਾਂ ਲੁੱਟਿਆ ਗਿਆ, ਘੱਟੋ ਘੱਟ ਇਹਨਾਂ ਦਾ ਜ਼ਰੂਰ ਹੋਇਆ। ਜੇ ਕੋਈ ਬਚਾਅ ਹੋ ਗਿਆ ਤਾਂ ਅਚਾਨਕ ਹੀ ਬਚਾਅ ਹੋ ਗਿਆ, ਅਦਰਵਾਈਜ਼ ਬਚਾਅ ਵਾਲੀ ਕੋਈ ਗੱਲ ਨਹੀਂ ਸੀ। ਤਾਂ ਪੰਜਾਬ ਦੇ ਵਿੱਚ ਇਹਦੀਆਂ ਖਬਰਾਂ ਜੇ ਆਪਾਂ ਕਹੀਏ ਵੀ 15 ਦਿਨਾਂ ਬਾਅਦ ਪਤਾ ਲੱਗਣੀਆਂ ਸ਼ੁਰੂ ਹੋਈਆਂ। ਹੁਣ ਕੋਈ ਉੱਠ ਕੇ ਇਹ ਵੀ ਕਹਿ ਸਕਦਾ ਲੈ ਉਦੋਂ BBC ਰੇਡੀਓ ਲੰਡਨ ਸੀਗਾ, ਉਹ BBC ਕਿਹੜਾ ਸਾਰੇ ਸੁਣਦੇ ਸੀ ਜੀ, ਤੇ ਫਿਰ ਉਹਦੇ ਕੋਲੇ ਵੀ ਸਾਰੀਆਂ ਖਬਰਾਂ ਨਹੀਂ ਸੀ। ਮੈਂ ਵੀ BBC ਸੁਣਦਾ ਰਿਹਾ, ਪਰ ਜੋ ਕੁਝ ਹੋਇਆ ਤਾਂ ਉਹਦਾ ਇਹ 2% ਵੀ ਉੱਥੋਂ ਨਸ਼ਰ ਨਹੀਂ ਸੀ ਹੋਇਆ। ਥੋੜਾ ਬਹੁਤ ਜਾਣਕਾਰੀ ਤਾਂ ਉਸ ਵੇਲੇ ਦੇ ਜਿਹੜੇ ਰੇਡੀਓ ਸੀ ਜਾਂ TV ਚੈਨਲ ਸੀ ਜਾਂ ਤੁਸੀਂ BBC ਦਾ ਜ਼ਿਕਰ ਕੀਤਾ, ਥੋੜਾ ਬਹੁਤ ਤਾਂ ਪਤਾ ਲੱਗ ਗਿਆ ਹੋਊਗਾ ਕਿ ਇਸ ਤਰ੍ਹਾਂ ਦੀ ਘਟਨਾ ਵਾਪਰ ਰਹੀ ਹੈ ਉੱਥੇ। ਮਤਲਬ ਇੰਨਾ ਕੀ ਪਤਾ ਲੱਗਿਆ ਸੀ ਵੀ ਹਾਂ ਥੋੜ੍ਹੇ ਬਹੁਤ ਹੀ ਹਿੰਸਾ ਹੋ ਰਹੀ ਆ। ਤੇ ਬਾਕੀ ਜਿਹੜਾ ਰੇਡੀਓ ਆ ਉਹ ਇਹ ਆਕਾਸ਼ਵਾਣੀ ਸੀ ਜਿਹੜਾ ਸਰਕਾਰ ਦਾ ਕੰਟਰੋਲ ਸੀਗਾ। ਦੂਜਾ ਦੂਰਦਰਸ਼ਨ ਸੀ। ਦੂਰਦਰਸ਼ਨ ਦੀ ਸ਼ਾਮ ਨੂੰ ਆਉਂਦੀ ਹੁੰਦੀ ਸੀ 2-3 ਘੰਟੇ ਜਿਹੜੀ ਇਹਦੀ ਪ੍ਰਸਾਰਣ ਆ, ਅਤੇ ਸਵੇਰ ਵਾਲਾ ਵੀ ਸ਼ਾਇਦ ਉਦੋਂ ਸ਼ੁਰੂ ਨਹੀਂ ਸੀ ਹੋਇਆ, ਉਹ ਵੀ ਸਰਕਾਰ ਦੇ ਕੰਟਰੋਲ 'ਚ ਸੀ। ਅਤੇ ਪ੍ਰੈਸ 'ਤੇ ਸਾਰੇ 'ਤੇ ਸੈਂਸਰ ਲਾਤਾ ਸੀ। ਪੰਜਾਬ ਦੇ ਵਿੱਚ ਅਖਬਾਰਾਂ ਛਪਦੀਆਂ ਸੀ, ਪਰ ਉਹਦੇ 'ਚ ਜਿਹੜੀ ਸਿੱਖ ਵਿਰੋਧੀ ਕਤਲੇਆਮ ਵਾਲੀ ਜਾਂ ਹਿੰਸਾ ਵਾਲੀ ਕੋਈ ਖਬਰ ਨਹੀਂ ਸੀ ਛਪਦੀ। ਅਤੇ ਉਹਨਾਂ ਦਿਨਾਂ ਦੇ ਵਿੱਚ ਅਖਬਾਰ ਖਾਲੀ ਆਉਂਦੇ ਹੁੰਦੇ ਸੀ। ਉਹ ਜਿਹੜੀ ਖਬਰ ਲਿਖੀ ਹੁੰਦੀ ਸੀ ਉਹ ਸਰਕਾਰ ਉੱਥੋਂ ਕਟਾ ਦਿੰਦੀ ਸੀ। ਅਤੇ ਉਹ ਕਈ ਅਖਬਾਰਾਂ ਨੇ ਨਹੀਂ ਕੀਤਾ, ਥੋੜ੍ਹਿਆਂ ਨੇ, ਇੰਡੀਅਨ ਐਕਸਪ੍ਰੈਸ ਨੇ, ਟ੍ਰਿਬਿਊਨ ਨੇ ਇਹ ਕੀਤਾ ਸੀ ਕਿ ਉਹ ਉੱਥੋਂ ਨਾ ਆਪਣਾ ਜਗ੍ਹਾ ਖਾਲੀ ਛੱਡ ਦਿੰਦੇ ਸੀ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਇਹ ਸੈਂਸਰ ਹੋ ਰਿਹਾ। ਉੱਤੇ ਸੈਂਸਰ ਵੀ ਲਿਖ ਦਿੰਦੇ ਸੀ ਵੀ ਇੰਨਾ ਕੁ ਪਤਾ ਲੱਗਦਾ ਸੀ ਵੀ ਖਬਰਾਂ ਰੋਕੀਆਂ ਜਾ ਰਹੀਆਂ ਨੇ। ਅਤੇ ਇੱਕ BBC 'ਤੇ ਮੈਂ ਘਟਨਾ ਸੁਣੀ ਸੀ ਵੀ ਜੰਮੂ ਦੇ ਵਿੱਚ ਗੁਰਦੁਆਰੇ 'ਚ ਬੰਬ ਸਿੱਟੇ ਗਏ ਅਤੇ ਉੱਥੇ 60 ਜਿਹੜੇ ਸਿੱਖ ਮਾਰੇ ਗਏ। ਅਤੇ ਇਹਦਾ ਇੱਕ ਦਾ ਮੈਨੂੰ ਯਾਦ ਆ, ਜੰਮੂ ਕਸ਼ਮੀਰ ਦੇ ਵਿੱਚ ਵੀ ਜੰਮੂ ਸ਼ਹਿਰ ਦੇ ਵਿੱਚ। ਹਾਂ, ਉਹਦਾ ਮਤਲਬ ਹੁਣ ਵੀ ਕੋਈ ਖਾਸ ਐਡਾ ਜ਼ਿਕਰ ਨਹੀਂ ਹੁੰਦਾ। ਹੁਣ ਤੁਸੀਂ ਦੇਖੋ ਵੀ ਆ ਜਿਹੜਾ ਨੇੜੇ ਤੇੜੇ ਆ ਹਿਮਾਚਲ 'ਚ ਹੋਈਆਂ ਘਟਨਾਵਾਂ, ਹਰਿਆਣੇ 'ਚ ਹੋਈਆਂ, ਉਹਨਾਂ ਦਾ ਵੀ ਪਤਾ ਨਹੀਂ ਲੱਗਿਆ। ਈਵਨ ਕਿ ਜਿਹੜੀਆਂ ਬਾਅਦ 'ਚ ਵੀ ਹੋਈਆਂ ਨੇ 84 ਤੋਂ, ਉਹ ਵੀ ਸੈਂਸਰ ਕਰਕੇ ਰੋਕੀਆਂ, ਉਹਨਾਂ ਦਾ ਵੀ ਬੜੇ ਚਿਰ ਬਾਅਦ ਪਤਾ ਲੱਗਿਆ ਜਾਂ ਥੋੜ੍ਹੇ ਸ਼ਕਲ 'ਚ ਪਤਾ ਲੱਗਿਆ। ਅਤੇ ਇਹ ਜਿਹੜੀ ਟੈਲੀਫੋਨ ਦਾ ਕੋਈ ਸਾਧਨ ਬਹੁਤ ਘੱਟ ਸੀ। ਹੁਣ ਮਿਸਾਲ ਦੇ ਤੌਰ 'ਤੇ ਪਟਿਆਲੇ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਵੀ ਸਿਰਫ 1000 ਟੈਲੀਫੋਨ ਸੀ ਉਦੋਂ, ਸਰਕਾਰੀ ਪ੍ਰਾਈਵੇਟ ਰਲਾ ਕੇ। ਸਰਕਾਰੀ ਦਫ਼ਤਰ ਬਹੁਤ ਨੇ, ਉਹਨਾਂ ਕੋਲ ਹੀ ਬੜੇ ਫੋਨ ਸੀਗੇ, ਅਤੇ ਜਾਣੀ ਆਮ ਪਬਲਿਕ ਕੋਲ 500 ਜਾਂ 700 ਇੰਨੇ ਕੀ ਫੋਨ ਹੋਣੇ ਆ। ਇਹਦਾ ਮੈਂ ਤਾਂ ਤੁਹਾਨੂੰ ਦੱਸਦਾ ਵੀ ਇੰਨੇ ਕੁ ਸੀਗੇ ਕਿ 4 ਹਿੰਸਿਆਂ ਦਾ ਜਿਹੜਾ ਨੰਬਰ ਸੀ, ਜਿਵੇਂ 25 32 27 17 ਅਤੇ 24 40 ਇਸ ਤਰ੍ਹਾਂ। ਹੁਣ ਜਿਹੜਾ ਮੂਹਰਲਾ ਦੂਆ ਉਹ ਤਾਂ ਕਾਮਨ ਆ, ਪਿੱਛੇ ਤਾਂ ਰਹਿ ਕੇ 999 ਜਾਂ 1000 ਹੀ ਰਹਿ ਗਏ ਨਾ, ਜਿੰਨੇ ਨੰਬਰ ਦਿੱਤੇ ਜਾ ਸਕਦੇ ਆ। ਉਹ ਉੱਥੋਂ ਮੈਂ ਅੰਦਾਜ਼ਾ ਲਾਉਣਾ ਪਟਿਆਲੇ ਸ਼ਹਿਰ 'ਚ ਸਿਰਫ 500-400 ਫੋਨ ਸੀ। ਬਾਕੀ ਸ਼ਹਿਰਾਂ ਦਾ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ। ਉਹ ਵੀ ਖਾਸ ਘਰਾਂ 'ਚ ਸੀਗੇ। ਇਹ ਵੀ ਸੰਭਵ ਆ ਕਿ ਬਾਹਰੋਂ ਕਾਲ ਮਿਲਾਉਣ 'ਤੇ ਪਾਬੰਦੀ ਲੱਗੀ ਹੋਈ। ਉਦੋਂ ਐਂ ਡਾਇਰੈਕਟ ਡਾਇਲਿੰਗ ਨਹੀਂ ਸੀ ਹੁੰਦੀ, ਐਕਸਚੇਂਜ 'ਚ ਫੋਨ ਕਰੋ, ਉੱਥੇ ਕਾਲ ਬੁੱਕ ਕਰਾਓ, ਅਤੇ ਤਾਂ ਤੁਹਾਡਾ ਜਿਹੜਾ ਦੂਜੇ ਸ਼ਹਿਰ ਨਾਲ ਟੈਲੀਫੋਨ ਨੰਬਰ ਮਿਲਦਾ, ਉਹ ਵੀ ਕਈ ਘੰਟੇ ਬਾਅਦ। ਅਤੇ ਫਿਰ ਇਹ ਆ ਵੀ ਬਾਹਰੋਂ ਜਦੋਂ ਕਿਸੇ ਨੇ ਕਾਲ ਕਰਨੀ ਆ ਅਤੇ ਇੰਨੀ ਮਾਰ ਕਾਟ 'ਚ ਜਦੋਂ ਆਮ ਜਾਨ ਬਚਾਉਣ ਦਾ ਫਿਕਰ ਪਿਆ ਹੋਵੇ, ਉਦੋਂ ਟਰੰਕ ਕਾਲ ਕਿਹਨੇ ਬੁੱਕ ਕਰਾਉਣੀ ਸੀ ਅਤੇ ਕਿਹਨੇ ਦੱਸਣਾ ਸੀ। ਜੇ ਪਤਾ ਵੀ ਲੱਗ ਵੀ ਜਾਂਦਾ ਤਾਂ ਗਾਹਾਂ ਉਹ ਕਿਸੇ ਨੂੰ ਨਹੀਂ ਸੀ ਦੱਸ ਸਕਦਾ, ਕੋਈ ਜ਼ਰੀਆ ਨਹੀਂ ਸੀ ਗਾਹਾਂ ਜਾਂਦਾ। ਅੱਜ ਵਾਂਗੂ ਟੈਲੀਫੋਨ ਤਾਂ ਹੈ ਨਹੀਂ ਸੀ ਨਾ, ਜਾਂ ਇੰਟਰਨੈੱਟ ਦਾ ਤਾਂ ਨਾਂ ਨਹੀਂ ਕਿਸੇ ਨੇ ਸੁਣਿਆ। ਅਤੇ ਉਸ ਕਰਕੇ ਜੇ ਕੋਈ ਖਬਰ ਆਈ ਵੀ ਤਾਂ ਉਹ ਗਾਹ ਨਹੀਂ ਚੱਲੀ, ਦੱਬੀ ਗਈ। ਟਰੰਕ ਕਾਲ ਦਾ ਕੀ ਉਦੋਂ ਸਿਸਟਮ ਸੀਗਾ? ਟਰੰਕ ਕਾਲ ਐਂ ਹੁੰਦੀ ਸੀ ਜੀ
ਥੋੜਾ ਥੋੜਾ ਐਸਟੀਡੀ ਸ਼ੁਰੂ ਹੋ ਗਈ ਸੀਗੀ ਵੀ ਡਾਇਰੈਕਟ ਤੁਸੀਂ ਸ਼ਹਿਰ ਦਾ ਕੋਡ ਲਾ ਕੇ ਮਿਲਾ ਸਕਦੇ ਹੋ, ਉਹ ਪਰ ਇੰਨੀ ਕਾਮਯਾਬ ਨਹੀਂ ਸੀ ਜਿਵੇਂ ਦਿੱਲੀ ਤੋਂ ਚੰਡੀਗੜ੍ਹ ਸੀ ਜਾਂ ਲੁਧਿਆਣੇ ਤੋਂ ਅੰਮ੍ਰਿਤਸਰ ਸੀ। ਇਹ ਸ਼ਾਰਟ 'ਚ ਸੀਗੀ, ਉਹ ਆਮ ਨਹੀਂ ਸੀ, ਅਤੇ ਉਹ ਵੀ ਅਕਸਰ ਮਿਲਦੀ ਨਹੀਂ ਸੀ ਹੁੰਦੀ। ਟਰੰਕ ਵਾਲੇ ਹੁੰਦਾ ਸੀ ਵੀ ਤੁਸੀਂ ਘਰੋਂ ਐਕਸਚੇਂਜ ਨੂੰ ਫੋਨ ਕਰੋ, 180 ਨੰਬਰ ਹੁੰਦਾ ਸੀ ਉਹਨਾਂ ਦਾ, ਉਹਨੂੰ ਕਹੋ ਵੀ ਮੈਂ ਦਿੱਲੀ ਫਲਾਣੇ ਨੰਬਰ 'ਤੇ ਗੱਲ ਕਰਨੀ ਆ, ਉਹ ਤੁਹਾਡੀ ਜਿਹੜੀ ਕਾਰ ਆ ਬੁੱਕ ਕਰ ਲੈਂਦੇ ਸੀ। ਫਿਰ ਜਿੰਨੇ ਕੁ ਬਾਅਦ ਨੰਬਰ ਆਉਂਦਾ ਸੀ, ਘੰਟੇ 2 ਘੰਟੇ ਬਾਅਦ ਉੱਧਰੋਂ ਕਾਲ ਆਉਂਦੀ ਸੀ ਵੀ ਹਾਂ ਜੀ ਤੁਹਾਡਾ ਨੰਬਰ ਮਿਲ ਗਿਆ, ਤੁਸੀਂ ਗੱਲ ਕਰੋ। ਇਹਨੂੰ ਟਰੰਕ ਕਾਲ ਕਹਿੰਦੇ ਸੀ। ਉਦੋਂ ਫਿਰ ਜਿਹੜੀਆਂ ਖਬਰਾਂ ਸੀਗੀਆਂ ਅਸਲ ਦੇ ਵਿੱਚ ਕਿ ਉੱਥੇ ਕਿੱਦਾਂ ਦਾ ਦੁਖਾਂਤ ਵਾਪਰਿਆ, ਐਡੇ ਵੱਡੇ ਪੱਧਰ ਦੇ ਉੱਤੇ ਸਿੱਖਾਂ ਦੀ ਨਸਲਕੁਸ਼ੀ ਹੋਈ, ਉਹਦਾ ਫਿਰ ਹੌਲੀ ਹੌਲੀ ਕਿਵੇਂ ਪਤਾ ਲੱਗਣ ਲੱਗਿਆ? ਇਹ ਹੌਲੀ ਹੌਲੀ ਜੀ ਦੇਖੋ, ਜਿਹੜੀਆਂ ਬੱਸਾਂ ਰੇਲਾਂ 'ਤੇ ਤਾਂ ਆਵਾਜਾਈ ਬਾਹਰੋਂ ਹਲੇ ਪੰਜਾਬ ਦੇ ਵਿੱਚ ਸ਼ੁਰੂ ਨਹੀਂ ਸੀ ਹੋਈ। ਮੈਨੂੰ ਲੱਗਦਾ ਬੱਸਾਂ ਰੇਲਾਂ ਵੀ ਸ਼ਾਇਦ ਬੰਦ ਕਰਾਤੀਆਂ ਹੁਣ, ਕਿਉਂਕਿ ਬਾਜ਼ਾਰ ਬੰਦ ਕਰਾਤੇ ਸੀ ਸਰਕਾਰ ਨੇ। ਪਹਿਲੀ ਵਾਰੀ ਹੋਇਆ ਕਿ CRP ਨੇ ਆ ਕੇ ਬਾਜ਼ਾਰ ਬੰਦ ਕਰਾਏ ਪੰਜਾਬ। ਇਹ ਜਦੋਂ ਪੂਰਾ ਦੁਖਾਂਤ ਵਾਪਰ ਗਿਆ ਜਾਂ ਉਸ ਵੇਲੇ ਵਾਪਰ ਰਿਹਾ ਸੀ? ਨਹੀਂ ਜੀ, 1 ਨਵੰਬਰ ਨੂੰ ਹੀ, 1 ਨਵੰਬਰ ਨੂੰ ਜਦੋਂ ਸਵੇਰੇ ਬਾਜ਼ਾਰ ਖੁੱਲ੍ਹੇ ਤਾਂ CRP ਨੇ ਆ ਕੇ ਹੱਟੀਆਂ ਬੰਦ ਕਰਾਤੀਆਂ। ਹੋ ਸਕਦਾ ਉਹਨਾਂ ਨੂੰ ਇਹ ਖਦਸ਼ਾ ਹੋਵੇ ਵੀ ਇੱਥੇ ਕੋਈ ਉਹਦਾ ਜਵਾਬੀ ਅਮਲ ਸ਼ੁਰੂ ਹੋ ਜੇ, ਵੀ ਕੁਛ ਦੂਜੇ ਭਾਈਚਾਰੇ ਦੇ ਲੋਕਾਂ ਨੂੰ ਤੇ ਫਾਇਰਿੰਗ ਨਾ ਸ਼ੁਰੂ ਹੋ ਜੇ, ਕੋਈ ਇਸ ਤਰ੍ਹਾਂ ਦਾ ਖਤਰੇ ਨੂੰ ਮੱਦੇ ਨਜ਼ਰ ਰੱਖ ਕੇ ਸ਼ਾਇਦ, ਅਤੇ ਉਹਨਾਂ ਨੇ ਜਿਹੜਾ, ਜਾਂ ਹੋ ਸਕਦਾ ਵੀ ਕੋਈ ਲੱਡੂ ਨਾ ਵੰਡਣ ਲੱਗ ਜੇ, ਕੋਈ ਇੰਦਰਾ ਦੇ ਖਿਲਾਫ ਰੋਸ ਨਾ ਜ਼ਾਹਰ ਕਰਨ ਲੱਗ ਜੇ ਉਹਦੇ ਕਤਲ ਦੇ, ਇਸ ਤਰ੍ਹਾਂ ਦੀਆਂ ਪਤਾ ਨਹੀਂ ਗੌਰਮੈਂਟ ਦੇ ਮਨ 'ਚ ਕੀ ਸੀਗਾ, ਅਤੇ ਉਹਨਾਂ ਨੇ ਜਿਹੜੀ ਇਹ ਬਾਜ਼ਾਰ ਬੰਦ ਕਰਾਤੇ ਸੀ। ਅਤੇ ਹੁਣ ਬਾਜ਼ਾਰ ਜਦੋਂ ਬੰਦ ਹੋਏ ਆ, ਬੱਸਾਂ ਮੈਂ ਜਾ ਕੇ ਨਹੀਂ ਦੇਖਿਆ ਬੱਸ ਅੱਡੇ 'ਤੇ, ਹੋ ਸਕਦਾ ਉਹਨੇ ਦਿਨ ਹੀ ਬੱਸਾਂ ਰੇਲਾਂ ਵੀ ਬੰਦ ਸੀ। ਇਹ ਆ ਵੀ ਬਾਹਰੋਂ ਕਿਸੇ ਦਾ ਆ ਕੇ, ਜਿਵੇਂ ਮੰਨ ਲਓ ਬਾਹਰ ਕਤਲੇਆਮ ਹੋ ਰਿਹਾ ਦਿੱਲੀ 'ਚ, ਉੱਥੇ ਕਿਸੇ ਦੀ ਜ਼ਰੂਰਤ ਨਹੀਂ ਸੀ ਬੱਸ ਅੱਡੇ ਚਲੇ ਜਾਵੇ ਜਾਂ ਰੇਲਵੇ ਸਟੇਸ਼ਨ ਚਲੇ ਜਾਵੇ, ਤਾਂ ਲੋਕ ਤਾਂ ਜਾਨ ਬਚਾਉਂਦੇ ਫਿਰਦੇ ਸੀ, ਅਤੇ ਇੱਥੇ ਦੱਸਣਾ ਕਿਹਨੇ ਸੀ ਆ ਕੇ। ਅਤੇ ਇਹ ਜਦੋਂ 15 ਕੁ ਦਿਨਾਂ ਬਾਅਦ ਟਰੱਕਾਂ ਵਾਲੇ ਬਾਹਰੋਂ ਆਉਣਾ ਸ਼ੁਰੂ ਹੋਏ ਆ, ਬਾਹਰ ਜਿਹੜੇ ਘਿਰੇ ਹੋਏ ਸੀਗੇ, ਉਹਨਾਂ ਨੇ ਆ ਕੇ ਦੱਸਿਆ ਵੀ ਦਿੱਲੀ ਆਹ ਹੋ ਗਿਆ, ਫਲਾਣੇ ਥਾਂ ਹੋ ਗਿਆ, ਵੀ ਨੇੜੇ ਨੇੜੇ ਵਾਲੇ ਨੇ, ਉਹ ਵੀ ਪਹਿਲਾਂ ਜਿਹੜੇ ਮਤਲਬ ਸਿੱਖ ਭੇਸ 'ਚ ਨਹੀਂ ਸੀਗੇ, ਸਿੱਖ ਹੁਲੀਆ ਨਹੀਂ ਸੀ ਜਿਨ੍ਹਾਂ ਦਾ, ਉਹਨਾਂ ਨੇ ਆ ਕੇ ਦੱਸਿਆ। ਤਾਂ ਫਿਰ ਜਦੋਂ ਕਿਸੇ ਨੇ ਗੁਰਦੁਆਰੇ ਜਾਣਾ, ਉੱਥੇ ਦੱਸਣਾ ਇੱਕ ਦੂਜੇ ਨੂੰ ਵੀ ਸਾਡੇ ਉੱਥੇ ਇੱਕ ਟਰੱਕ ਵਾਲਾ ਆਇਆ ਜੀ, ਉਹਨੇ ਆਹ ਦੱਸਿਆ। ਗੁਰਦੁਆਰਿਆਂ ਖਬਰਾਂ ਸੁਣ ਕੇ ਆਉਣੀਆਂ, ਤਾਂ ਘਰੇ ਦੱਸਣੀਆਂ, ਤਾਂ ਜਿਹੜੇ ਆਸ ਗੁਆਂਢ 'ਚ ਦੱਸਣੀਆਂ। ਹੋਰ ਕੁਛ ਅੱਜ ਕੱਲ੍ਹ ਦੇ ਬੱਚੇ ਤਾਂ ਇਹ ਸੋਚਦੇ ਨੇ ਵੀ WhatsApp 'ਤੇ ਖਬਰ ਪਾਈ, Facebook 'ਤੇ ਪਾਈ, ਸਾਰੀ ਦੁਨੀਆ 'ਚ ਫੈਲ ਜਾਣੀ ਆ। ਇਹੋ ਜਿਹਾ ਕੁਛ ਤਾਂ ਹੈ ਨਹੀਂ ਸੀ। ਇਹ 15 ਦਿਨਾਂ ਬਾਅਦ ਹੀ ਥੋੜ੍ਹਾ ਥੋੜ੍ਹਾ ਪਤਾ ਲੱਗਣਾ ਸ਼ੁਰੂ ਹੋਇਆ। ਉੱਥੋਂ ਦੇ ਟਰੱਕ ਵਾਲੇ ਜਿਹੜੇ ਆਏ ਆ, ਟਰੱਕਾਂ ਵਾਲੇ ਜਾਂ ਬੱਸਾਂ ਵਾਲੇ ਆਏ ਆ, ਉਹਨਾਂ ਨੇ ਉਸ ਵੇਲੇ ਇਹ ਗੱਲਾਂ ਵੀ ਸਾਹਮਣੇ ਆਈਆਂ ਹੋਣਗੀਆਂ ਕਿ ਜਿਹੜੇ ਟਰੱਕ ਡਰਾਈਵਰ ਸੀ ਸਾਡੇ, ਜਿਹੜੇ ਉਹਨਾਂ ਰੂਟਾਂ ਦੇ ਉੱਤੇ ਚੱਲਦੇ ਸੀ, ਉਹਨਾਂ ਦਾ ਨਾਲ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ। ਟਰੱਕ ਵਾਲੇ ਵੀ ਉਹ ਕਹਿੰਦੇ ਵੀ ਜਿੱਥੇ ਕਿਤੇ ਕੋਈ ਸਿੱਖੀ ਨਿਸ਼ਾਨ ਲਿਖਿਆ ਦੇਖ ਲਿਆ ਉਹਨਾਂ ਨੇ ਟਰੱਕ 'ਤੇ, ਉਹ ਖੰਡਾ ਛਪਿਆ ਦੇਖ ਲਿਆ, ਇੱਕ ਓਂਕਾਰ ਦੇਖ ਲਿਆ, ਗੁਰੂ ਸਾਹਿਬ ਦੀ ਫੋਟੋ ਦੇਖ ਲਈ, ਉਹਨਾਂ ਨੂੰ ਵੀ ਟਰੱਕ ਨੂੰ ਉਹਨਾਂ ਨੇ ਸਾੜਿਆ। ਇੱਕ ਹੋਰ ਵੱਡਾ ਸਵਾਲ ਇੱਥੋਂ ਖੜਾ ਹੁੰਦਾ ਹੈ ਕਿ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਗਈਆਂ, ਹੁਣ ਲੰਮਾ ਸਮਾਂ ਹੋ ਗਿਆ, ਸਿੱਖਾਂ ਨੂੰ ਇਨਸਾਫ ਲੈਂਦਿਆਂ ਨੂੰ ਵੀ ਬੜੇ ਧਰਨੇ ਮੁਜ਼ਾਹਰੇ ਵੀ ਕਰ ਲਿਆ, ਸਰਕਾਰਾਂ ਦੇ ਅੱਗੇ ਪਿੱਟ ਸਿਆਪਾ ਕਰਕੇ ਦੇਖ ਲਿਆ। ਠੀਕ ਹੈ, ਸਰਕਾਰਾਂ ਆਪਣੇ ਹਿਸਾਬ ਨਾਲ ਕੰਮ ਕਰਦੀਆਂ, ਜੁਡੀਸ਼ਰੀ ਆਪਣੇ ਹਿਸਾਬ ਤਰੀਕੇ ਦੇ ਨਾਲ ਕੰਮ ਕਰਦੀ ਹੈ, ਪਰ ਇੱਕ ਘਾਟ ਨਹੀਂ ਮਹਿਸੂਸ ਹੋਈ ਤੁਹਾਨੂੰ ਜਦੋਂ ਤੁਸੀਂ ਪੜਚੋਲ ਕਰਦੇ ਹੋ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ, ਕਿ ਅਸੀਂ ਜਿਹੜਾ ਐਗਜ਼ੈਕਟ ਫਿਗਰ ਹੈ, ਜਿਹੜਾ ਕਿ ਅਸੀਂ ਦੁਨੀਆ ਦੇ ਸਾਹਮਣੇ ਰੱਖ ਸਕੀਏ ਕਿ ਇੰਨੇ ਵੱਡੇ ਪੱਧਰ ਦੇ ਉੱਤੇ ਨਸਲਕੁਸ਼ੀ ਹੋਈ ਹੈ, ਅਸੀਂ ਐਗਜ਼ੈਕਟ ਫਿਗਰ ਵੀ ਨਹੀਂ ਦੱਸ ਪਾ ਰਹੇ? ਐਗਜ਼ੈਕਟ ਫਿਗਰ ਤਾਂ ਦੂਰ ਦੀ ਗੱਲ ਆ ਜੀ। ਐਗਜ਼ੈਕਟ ਜਿੱਥੇ ਜਿੱਥੇ ਵੱਡੇ ਪੱਧਰ 'ਤੇ ਹੋਇਆ, ਉਹਨਾਂ ਦੇ ਨਾਂ ਵੀ ਸਾਡੇ ਜ਼ਿਹਨ 'ਚ ਨਹੀਂ ਹੈਗੇ। ਜਦੋਂ ਇਹ 84 ਤੋਂ ਬਾਅਦ 2-3 ਸਾਲ ਤੱਕ, 4 ਸਾਲ ਤੱਕ ਕਹਿ ਲਓ, ਦਿੱਲੀ, ਕਾਨਪੁਰ ਅਤੇ ਬਕਾਰੋ ਦੇ ਦੰਗੇ ਕਹਿੰਦੇ ਹੁੰਦੇ ਸੀ। ਦੰਗੇ ਵੀ ਨਾਂ ਪ੍ਰੈਸ ਨੇ ਧਰਿਆ ਸੀ, ਉਹਦੇ ਮਗਰ ਸੁਣਤੀ ਸਾਡੇ ਸਿੱਖ ਲੀਡਰ ਵੀ ਉਹਨੂੰ ਦੰਗੇ ਕਹਿੰਦੇ ਰਹੇ, ਪਾਰਲੀਮੈਂਟ 'ਚ ਵੀ ਦੰਗੇ ਕਹਿੰਦੇ ਰਹੇ। ਹੁਣ ਤਾਂ ਹਾਂਜੀ, ਇਹ ਤਾਂ ਹੁਣ 2-4 ਸਾਲ ਤੋਂ, ਜਿਹੜਾ 5 ਸਾਲ ਤੋਂ ਕਹਿ ਲਓ ਵੀ ਉਹਨਾਂ ਦਾ ਨਾਂ ਕਤਲੇਆਮ ਰੱਖਿਆ ਗਿਆ। ਦਿੱਲੀ ਹੋਇਆ ਸਭ ਤੋਂ ਵੱਡੇ ਪੱਧਰ 'ਤੇ, ਕਾਨਪੁਰ ਹੋਇਆ ਵੱਡੇ ਪੱਧਰ 'ਤੇ, ਬੋਕਾਰੋ ਅੱਜ ਕੱਲ੍ਹ ਝਾਰਖੰਡ 'ਚ ਆ, ਉਦੋਂ ਬਿਹਾਰ 'ਚ ਸੀ, ਉੱਥੇ ਵੱਡੇ ਪੱਧਰ 'ਤੇ ਕਤਲੇਆਮ ਹੋਇਆ। ਇਹ 3 ਸ਼ਹਿਰਾਂ ਦਾ ਨਾਂ ਆਉਂਦਾ ਹੁੰਦਾ ਸੀ। ਹੁਣ ਉਹ 2 ਸ਼ਹਿਰ ਕੱਟ ਕੇ ਇਕੱਲੇ ਦਿੱਲੀ ਦਾ ਸੀਮਤ ਕਰ, ਹਾਲਾਂਕਿ ਸਾਰੇ ਹਿੰਦੁਸਤਾਨ 'ਚ ਸੀ। ਇਹ ਕਿੱਥੇ ਕੀ ਹੋਇਆ ਉਹੀ ਉਹਦੇ ਸਾਡੇ ਕੋਲ ਫਿਗਰ, ਮੈਂ ਕਹਿੰਦਾ ਵੀ ਸ਼ਹਿਰ ਹੀ ਭੁੱਲ ਗਏ। ਹੁਣ ਈਵਨ ਕਿ
ਮੈਂ ਅੱਜ ਕੋਈ ਫੇਸਬੁੱਕ ਤੇ ਮੈਪ ਦੇਖ ਰਿਹਾ ਸੀ, ਉਹਦੇ 'ਚ 3 ਉਹਨਾਂ ਨੇ ਚਿੱਟੇ ਰੰਗ 'ਚ ਦਿਖਾਏ ਸੂਬੇ ਵੀ ਜਿੱਥੇ ਕਤਲੇਆਮ ਨਹੀਂ ਹੋਇਆ। ਪੰਜਾਬ, ਕੇਰਲਾ ਤੇ ਨਾਰਥ ਈਸਟਰਨ ਸਟੇਟਸ ਨੇ ਜਿਹੜੀਆਂ, ਮਨੀਪੁਰ, ਨਾਗਾਲੈਂਡ, ਜਾਂ ਕਿਉਂਕਿ ਸਿੱਖ ਉੱਥੇ ਹੈ ਹੀ ਨਹੀਂ ਗੇ, ਹੈਗੇ ਕੁਛ ਗੁਹਾਟੀ ਤੱਕ। ਤਾਂ ਪਰ ਇੱਕ ਕੇਰਲ ਦੀ ਮੈਂ ਤੁਹਾਨੂੰ ਮਿਸਾਲ ਦਿੰਦਾ। ਇੱਥੇ ਟ੍ਰਿਬਿਊਨ ਦੇ ਐਸੋਸੀਏਟ ਐਡੀਟਰ ਰਹੇ ਨੇ ਮਿਸਟਰ JP ਫਿਲਿਪ। ਉਹਨਾਂ ਨੇ ਇੱਥੇ ਆਪਣੇ ਐਡੀਟੋਰੀਅਲ 'ਚ ਲਿਖਿਆ, ਸ਼ਾਇਦ ਕੋਈ ਖਬਰ ਲਿਖ ਕੇ ਗਿਆ, ਉਹ ਕਹਿੰਦੇ ਕੇਰਲ ਦੇ ਵਿੱਚ ਹੀ ਮੇਰੇ ਪਿੰਡ 'ਚ ਕੋਈ ਸਿੱਖ ਫੈਮਿਲੀ ਰਹਿੰਦੀ ਸੀ, ਜਿਵੇਂ ਕੋਈ ਮੁੱਲਾਂਪੁਰ ਦਾ ਇਹੋ ਜਿਹੀ ਮੰਡੀ ਹੋਣੀ ਆ, ਅਤੇ ਉਹਨਾਂ ਨੂੰ ਵੀ ਮਾਰਿਆ ਗਿਆ। ਸ਼ਾਇਦ ਗੁਰਦੁਆਰੇ ਵੀ ਸੀਗਾ, ਉਹਨੂੰ ਵੀ ਅਟੈਕ ਕੀਤਾ ਗਿਆ। ਅਤੇ ਹੁਣ ਜਦੋਂ ਕੇਰਲਾ ਬੜੀ ਦੂਰ ਆ, ਹਿੰਦੀ ਸਪੀਕਿੰਗ ਵੀ ਹੈ ਨਹੀਂ ਆਪਣੇ ਉੱਥੇ, ਕੋਈ ਪੰਜਾਬੀ ਭਾਈਚਾਰਾ ਐਡਾ ਖਾਸ ਹੈ ਵੀ ਨਹੀਂ, ਅਤੇ ਹੋਊਗਾ ਪੰਜਾਬ ਨਾਲ ਲਿੰਕ ਨਹੀਂ, ਅਤੇ ਉੱਥੋਂ ਦਾ ਨਹੀਂ ਸਾਨੂੰ ਪਤਾ ਲੱਗਿਆ। ਦੂਰ ਦਾ ਬੜੀ ਹੈਗਾ, ਨੇੜੇ ਤੁਸੀਂ ਮਿਸਾਲ ਲੈ ਲਓ, ਹੋਂਦ ਝੱਲੜ ਦਿੱਲੀ ਦੀਆਂ ਜੜ੍ਹਾਂ 'ਚ, ਹਰਿਆਣੇ 'ਚ ਪੈਂਦਾ, ਉੱਥੇ ਜਿਹੜੇ 30 ਸਿੱਖ ਮਾਰੇ ਗਏ, ਉਹਦਾ ਸਾਨੂੰ 25-30 ਸਾਲ ਬਾਅਦ ਆ ਕੇ ਪਤਾ ਲੱਗਿਆ। ਉਹ ਜਿਹੜਾ ਮਨਵੀਰ ਸਿੰਘ ਗਿਆਸਪੁਰਾ, ਉਹਨੇ ਉਸ ਚੀਜ਼ ਦੀ ਖੋਜ ਕਰੀ। ਅਤੇ ਇੱਥੇ ਜਿਹੜਾ ਕੋਈ 30 ਸਿੱਖਾਂ ਦਾ ਮਤਲਬ, ਸੌਰੀ 30 ਸਿੱਖ ਨਹੀਂ, ਜਾਂ 30 ਘਰ ਉੱਥੇ ਸਿੱਖਾਂ ਦੇ ਸੀ, ਉਹ ਸਾੜੇ ਗਏ। ਐਡੀ ਵੱਡੀ ਪੱਧਰ 'ਤੇ ਸਾਡੇ ਗੁਆਂਢ 'ਚ ਹੋਇਆ, ਉਹਦਾ ਨਹੀਂ ਪਤਾ, ਅਤੇ ਹੋਰ ਦੂਰ ਦੂਰ ਜਿੱਥੇ ਹੋਇਆ ਕੀ ਪਤਾ ਲੱਗਣਾ ਚਾਹੀਦਾ। ਹੁਣ ਉਹਦੇ ਲਈ ਚਾਹੀਦਾ ਵੀ ਜਿਹੜੀਆਂ ਵੱਡੀਆਂ ਸਿੱਖ ਸੰਸਥਾਵਾਂ ਨੇ ਉਹ ਅੱਗੇ ਆਉਣ, ਉਹ ਕੋਈ ਆਪਣਾ ਇਸ ਤਰ੍ਹਾਂ ਦਾ ਗਰੁੱਪ ਮੁਕਰਰ ਕਰਨ ਜਿਹੜਾ ਇਸ ਚੀਜ਼ ਦੀ ਖੋਜ ਕਰੇ। ਹੁਣ ਕਈ ਵਾਰੀ ਸ਼ਹਿਰਾਂ 'ਚ ਵੀ ਨਹੀਂ, ਰਾਹ ਖੜਿਆਂ 'ਚ ਹੋਇਆ, ਰੇਲਾਂ 'ਚ ਹੋਇਆ, ਉਹ ਕਿਸੇ ਸ਼ਹਿਰ 'ਚ ਹੀ ਨਹੀਂ ਆਉਂਦਾ, ਸ਼ਹਿਰ ਦੀ ਗਿਣਤੀ 'ਚ ਨਹੀਂ ਆਉਂਦਾ। ਜਾਂ ਟਰੱਕਾਂ ਵਾਲਿਆਂ ਨਾਲ ਰਾਹ 'ਚ ਹੋਇਆ, ਕੋਈ ਬੱਸ 'ਤੇ ਆ ਰਿਹਾ ਸੀ, ਕੋਈ ਗੱਡੀ 'ਤੇ ਆ ਰਿਹਾ ਸੀ। ਹੁਣ ਤਾਂ ਅੱਜ ਕੱਲ੍ਹ ਇੰਨੇ ਸਾਧਨ ਨੇ, ਕੋਈ ਉਹਦਾ ਵੈਬਸਾਈਟ ਬਣਾ ਕੇ ਉੱਥੇ ਕਾਲ ਦਿੱਤੀ ਜਾਵੇ ਵੀ ਜਿੱਥੇ ਜਿੱਥੇ ਕਿਸੇ ਨੂੰ ਕਿਸੇ ਘਟਨਾ ਦਾ ਪਤਾ, ਤੁਸੀਂ ਇੱਥੇ ਦਰਜ ਕਰਾਓ। ਉੱਥੇ ਜਾ ਕੇ ਉਹਦੀ ਖੋਜ ਕਰਕੇ, ਉਹ ਸਾਰਾ ਮੌਕੇ 'ਤੇ ਜਾਇਜ਼ਾ ਲੈ ਕੇ, ਉਹ ਜਿਹੜਾ ਔਨ ਦੀ ਰਿਕਾਰਡ ਦਰਜ ਕਰਨਾ ਚਾਹੀਦਾ। ਨਹੀਂ ਕੱਲ੍ਹ ਨੂੰ ਤੁਸੀਂ ਕਹਿੰਦੇ ਰਹੋ, ਇੱਕ ਦਿੱਲੀ ਦੀ ਜਿਹੜੀ ਤੁਹਾਡੀ ਫਿਗਰ ਆ, ਉਹਨੂੰ 3000 ਕਹਿ ਲਓ, 30,000 ਕਹਿ ਲਓ, ਉਹ ਉਹੀ ਕੋਲੇ ਰਹਿ ਜਾਣੀ ਆ, ਹੋਰ ਕੁਛ ਨਹੀਂ। ਉਹਦਾ ਵੀ ਐਗਜ਼ੈਕਟ ਫਿਗਰ ਨਹੀਂ ਹੈਗਾ, ਉਹਦਾ ਵੀ ਸਰਕਾਰੀ ਅੰਕੜੇ ਕੁਝ ਹੋਰ ਨੇ, ਲੋਕਾਂ ਦੇ ਪ੍ਰਤੱਖਦਰਸ਼ੀ ਨੇ ਜਿਹੜੇ, ਉਹਨਾਂ ਦੇ ਅੰਕੜੇ ਕੁਝ ਹੋਰ ਕਹਿੰਦੇ ਨੇ। ਜੇ ਆਪਾਂ ਦਿੱਲੀ ਨੂੰ ਛੱਡ ਦਈਏ, ਜਿਹੜੇ ਬਾਕੀ ਸੂਬਿਆਂ ਤੁਸੀਂ ਗੱਲ ਕੀਤੀ ਆ, ਅਤੇ ਜ਼ਿਆਦਾ ਤੋਂ ਜ਼ਿਆਦਾ ਵਸੋਂ ਜਿਹੜੀ ਹੈਗੀ ਆ ਪੰਜਾਬੀਆਂ ਦੀ ਜਾਂ ਸਿੱਖ ਭਾਈਚਾਰੇ ਦੀ ਕਿਹੜੇ ਮੁਲਕਾਂ ਦੇ ਇਹਦੇ ਵਿੱਚ, ਸੂਬਿਆਂ ਦੇ ਵਿੱਚ ਸੀਗੀ ਤੁਹਾਨੂੰ ਲੱਗਦਾ? ਦੇਖੋ, ਯੂਪੀ ਦੇ ਵਿੱਚ ਤਰਾਈ ਦੇ ਇਲਾਕੇ 'ਚ ਕਿਸਾਨ ਜਿਹੜਾ ਭਾਈਚਾਰਾ ਉਹ ਵੱਡੇ ਪੱਧਰ 'ਤੇ ਆ, ਅਤੇ ਸਿੱਖ ਭਾਈਚਾਰਾ, ਸਿੱਖ ਕਿਸਾਨੀ, ਅਤੇ ਇੱਥੋਂ ਤੁਸੀਂ ਹਰਿਦੁਆਰ ਤੋਂ ਲੈ ਜਾਓ, ਤੁਰ ਲਓ ਪੀਲੀਭੀਤ ਤੱਕ, ਜਿਹੜਾ ਕੋਈ ਲਗਭਗ 300 ਕਿਲੋਮੀਟਰ ਦਾ ਕਹਿ ਲਓ, ਜਾਂ 400 ਕਿਲੋਮੀਟਰ ਦੀ ਲੰਬਾਈ 'ਚ, ਅਤੇ ਉਹ ਤਰਾਈ 60 ਤੋਂ ਲੈ ਕੇ 70 ਕਿਲੋਮੀਟਰ ਤੱਕ ਉਹਦੀ ਚੜ੍ਹਾਈ ਆ। ਉੱਥੇ ਜਿਹੜਾ 70% ਦੀ ਜਿਹੜੀ ਮਾਲਕੀ ਹੈ ਜ਼ਮੀਨਾਂ ਦੀ, ਉਹ ਸਿੱਖ ਕਿਸਾਨਾਂ ਕੋਲ ਆ। ਪਰ ਉਹਨਾਂ ਕੋਲੇ ਉੱਥੇ ਕਤਲੇਆਮ ਨੂੰ ਵਰਗਾ ਸ਼ਾਇਦ ਕੋਈ ਨਈ ਚੀਜ਼ ਹੋਈ, ਏਕੜ ਦੁੱਕੜ ਘਟਨਾਵਾਂ ਹੋਣਗੀਆਂ, ਕਿਉਂਕਿ ਉਹਨਾਂ ਕੋਲੇ ਅਸਲਾ ਸੀਗਾ। ਅਸਲਾ ਹੋਣ ਕਰਕੇ ਜਿਹੜੇ ਮਤਲਬ ਸੀਗੇ ਕਾਤਲ, ਉਹ ਉੱਥੇ ਪਏ ਨਹੀਂ, ਉਹਨੇ ਉਸ ਤਰੀਕੇ ਨਾਲ ਪਤਾ ਸੀ ਵੀ ਜੇ ਗਏ ਤਾਂ ਮੂਹਰਿਓਂ ਤਾਂ ਗੋਲੀਆਂ ਪੈਣਗੀਆਂ ਨਾ, ਜਿਹੜੇ ਮੂਹਰਲੇ 8-10 ਉਹ ਤਾਂ ਭੁੰਨੇ ਜਾਣਗੇ। ਅਤੇ ਹੁਣ ਲਟੇਰੇ ਕਿਹੜਾ ਸ਼ਹੀਦੀ ਪਾਉਣ ਜਾਂਦੇ ਹੁੰਦੇ ਆ, ਇਸ ਡਰੋਂ ਉਹ ਗਏ ਨਹੀਂ। ਤਾਂ ਹਾਂ, ਜਿੱਥੇ ਸ਼ਹਿਰੀ ਸਿੱਖ ਸੀਗੇ, ਜਿਵੇਂ ਹਲਦਵਾਨੀ ਸੀ, ਉੱਥੇ ਨੈਨੀਤਾਲ ਜ਼ਿਲ੍ਹੇ 'ਚ ਹੀ ਆਉਂਦੀ ਹੈ, ਤਰਾਈ ਦੀਆਂ ਜੜ੍ਹਾਂ 'ਚ, ਉੱਥੇ ਕਤਲੇਆਮ ਸ਼ਾਇਦ ਸਿੱਖਾਂ ਦਾ ਨਹੀਂ ਹੋਇਆ, ਕੁੱਟਮਾਰ ਅਤੇ ਲੁੱਟਮਾਰ ਬਹੁਤ ਹੋਈ ਆ। ਕਾਨਪੁਰ ਤਾਂ ਮੈਂ ਤੁਹਾਨੂੰ ਦੱਸਿਆ ਹੀ ਆ। ਹੋਰ ਜਿੱਥੇ ਜਿੱਥੇ ਸ਼ਹਿਰਾਂ ਦੇ ਵਿੱਚ ਵੀ, ਹਰੇਕ ਥਾਂ ਜਿਹੜਾ ਮਤਲਬ ਲਖਨਊ ਤੱਕ ਸਿੱਖ ਸ਼ਹਿਰਾਂ 'ਚ ਵਸੇ ਹੋਏ ਨੇ, ਕਾਰੋਬਾਰੀ ਨੇ, ਦੁਕਾਨਦਾਰ ਨੇ, ਉਹਨਾਂ ਦਾ ਹੁਣ ਛੋਟੇ ਲੈਵਲ 'ਤੇ ਨੁਕਸਾਨ ਹੋਇਆ, ਖਬਰਾਂ ਨਹੀਂ ਆਉਂਦੀਆਂ। ਇੱਥੇ ਜਿਹੜੀ ਸਾਡੀ ਖੋਜ ਦਾ ਸੋਰਸ ਆ, ਉਹ ਵੱਡਾ ਅਖਬਾਰਾਂ 'ਤੇ ਟੇਕ ਰਹਿੰਦੀ ਆ। ਹੁਣ ਅਖਬਾਰਾਂ 'ਤੇ ਅਖਬਾਰ ਸੈਂਸਰ 'ਚ ਸੀਗੇ, ਜਾਂ ਜਿੱਥੇ ਹੋਈ ਹੋਊਗੀ ਕੋਈ ਘਟਨਾ, ਉਹ ਕਿਸੇ ਨੇ, ਹੁਣ ਬਾਹਰਲੇ ਅਖਬਾਰ ਕਿਹੜਾ ਛਾਪਦੇ ਆ, ਹੁਣ ਅੱਜ ਵੀ ਕੋਈ ਹੋ ਜੇ, ਕੋਈ ਛਾਪਦਾ ਹੀ ਨਹੀਂ ਅਖਬਾਰ। ਸਿੱਖਾਂ ਦੇ ਅਗੇਂਸਟ ਕੋਈ ਕ੍ਰਾਈਮ ਹੋਵੇ, ਬਹੁਤ ਘੱਟ ਰਿਪੋਰਟ ਹੁੰਦੀ ਆ। ਅਤੇ ਇਸੇ ਤਰ੍ਹਾਂ ਦਾ ਹੁਣ ਆਪਾਂ ਇਹਦੇ ਬਾਰੇ ਇਹ ਨਹੀਂ ਕਹਿ ਸਕਦੇ ਵੀ ਉੱਥੇ ਹੋਇਆ ਉੱਥੇ ਹੋਇਆ। ਇਹ ਤਾਂ ਜਿਹੜੇ ਅੱਜ ਕੱਲ੍ਹ ਦੇ ਮਾਡਰਨ ਟੈਕਨੀਕਸ ਨੇ, ਜ਼ਰੀਏ ਨੇ, ਵੈਬਸਾਈਟ ਆ ਜਾਂ ਹੋਰ ਵਟਸਐਪ ਨੰਬਰ ਖੋਲ੍ਹ ਦੇਣ ਵੀ ਇੱਥੇ ਸਾਨੂੰ ਦੱਸੋ,
ਤੇ ਉਹਨਾਂ ਦਾ ਲਾਭ ਉਠਾ ਕੇ ਮਤਲਬ ਇਹ ਜਿਹੜੀ ਖੋਜ ਅੱਗੇ ਵਧਾਈ ਜਾਈਏ ਜਾਣੀ ਚਾਹੀਦੀ ਹੈ। ਜਿੰਨਾ ਇਹ ਲੇਟ ਹੋਈ ਜਾਵਾਂਗੇ ਉਹਨਾਂ ਇਹ ਤਾਂ ਖੁੰਝੀ ਜਾਵਾਂਗੇ। ਹੁਣ ਤੁਸੀਂ ਦੇਖ ਲਓ ਵੀ ਇਹ 36 ਸਾਲ ਤਾਂ ਹੋ ਗਏ ਨੇ। ਬਹੁਤ ਮੁਸ਼ਕਿਲ ਹੈ ਵੀ ਹੁਣ ਵੀ ਡਾਟਾ ਜਿਹੜਾ ਹੈਗਾ ਕੋਈ ਨਾ ਕੋਈ ਚਸ਼ਮਦੀਦ ਸਾਹਮਣੇ ਹਾਂ ਉਦੋਂ ਜਿਹੜਾ 50 ਸਾਲ ਦਾ ਸੀ ਉਹ ਹੁਣ 86 ਦਾ ਹੋ ਗਿਆ। ਉਹ ਜਾਂ ਵਿਚਾਰਾ ਫੌਤ ਹੋ ਗਿਆ ਜਾਂ ਫੌਤਗੀ ਦੀ ਤਿਆਰੀ 'ਚ ਜਾਂ ਯਾਦਾਸ਼ਤ ਭੁੱਲ ਜਾਂਦੀ ਆ, ਐਡਾ ਕਿਤੇ ਨਹੀਂ ਦੱਸਿਆ ਜਾਂਦਾ। ਜਾਂ ਇੱਕ ਹੋਰ ਆ ਗੱਲ ਵੀ ਹੁਣ ਕਿਤੇ 4 ਫੈਮਲੀਆਂ ਸੀਗੀਆਂ, ਉਹ ਉੱਥੋਂ ਕੁਛ ਮਾਰੇ ਗਏ ਜਾਂ ਕੋਈ ਡਰਦੇ ਭੱਜ ਗਏ ਕਿਤੇ ਹੋਰ ਜਾ ਬੈਠੇ। ਉਹ ਹੁਣ ਤੁਸੀਂ ਉੱਥੇ ਲੱਭਣ ਜਾਓਗੇ ਕੁਛ ਨਹੀਂ ਲੱਭਣਾ। ਉਹ ਤਾਂ ਜਿੱਥੇ ਬੈਠੇ ਆ ਉੱਥੋਂ ਹੀ ਤੁਹਾਨੂੰ ਦੱਸਣਗੇ। ਉਹ ਤਾਂ ਇਸੇ ਤਰ੍ਹਾਂ ਦਾ ਇਹ ਆ ਵੀ ਕੋਈ ਬਕਾਇਦਾ ਇਹ 'ਤੇ ਬਣਾ ਕੇ ਕਮੇਟੀ, ਜਿਵੇਂ ਮਤਲਬ ਇਤਿਹਾਸ ਨੂੰ ਸਾਂਭਣ ਵਾਲੀ ਕਮੇਟੀ, ਉਹੀ ਜਿਹੀ ਕਮੇਟੀ ਬਣਾ ਕੇ ਹੀ ਇਹ ਮਤਲਬ ਕੰਮ ਹੋ ਸਕਦਾ। ਦਿੱਲੀ ਕਮੇਟੀ ਗੁਰਦੁਆਰਾ ਕਮੇਟੀ ਰਲ ਜੇ, ਹੋਰ ਜਿਹੜੀਆਂ ਵੱਡੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਜਿਨ੍ਹਾਂ ਦੇ ਮਾਲੀ ਸੋਰਸ ਵੱਡੇ ਨੇ, ਅਤੇ ਆਹ ਜਿਹੜੇ ਸੰਤ ਬਾਬੇ ਨੇ ਬੜਾ ਪੈਸਾ ਇਹਨਾਂ ਕੋਲ, ਫਿਰ ਇਹਨਾਂ ਤੋਂ ਤਾਂ ਕੋਈ ਉਮੀਦ ਰੱਖਣੀ ਔਖੀ ਆ। ਚਲੋ ਫਿਰ ਵੀ ਜਿਹੜਾ ਕੋਈ ਆਉਂਦਾ ਸਾਹਮਣੇ ਇਹਨਾਂ ਤੱਕ ਪਹੁੰਚ ਤਾਂ ਕਰਨੀ ਚਾਹੀਦੀ ਆ ਵੀ ਤੁਸੀਂ ਇਹਦੇ 'ਚ ਹਿੱਸਾ ਪਾਓ। ਹੁਣ ਬੰਦਿਆਂ ਨੇ ਕਿੱਥੇ ਕਿੱਥੇ ਜਾਣਾ, ਉਹਨਾਂ ਨੂੰ ਉਹਨਾਂ ਦਾ ਖਰਚਾ ਵੀ ਆਉਣ ਜਾਣ ਦਾ ਵੀ ਦੇਣਾ, ਉਹਨਾਂ ਦੇ ਰਿਹਾਇਸ਼ ਦਾ ਵੀ ਖਰਚਾ ਦੇਣਾ, ਉਹਨਾਂ ਨੂੰ ਵੈਸੇ ਵੀ ਮਾਲੀ ਇਮਦਾਦ ਵੀ ਦੇਣੀ ਹੈ ਵੀ ਜਿੱਥੇ ਜਿੱਥੇ ਤੁਸੀਂ ਜਾ ਕੇ ਖੋਜ ਕਰਨਾ। ਬੜਾ ਖਰਚੇ ਵਾਲਾ ਕੰਮ ਹੈ। ਤੁਸੀਂ ਸੈਂਸਰਸ਼ਿਪ ਦੀ ਗੱਲ ਕੀਤੀ ਹੈ ਅਤੇ ਸੈਂਸਰਸ਼ਿਪ ਤਾਂ ਲੁਕਵੇਂ ਢੰਗ ਤਰੀਕੇ ਦੇ ਨਾਲ ਮੀਡੀਆ ਦੇ ਉੱਤੇ ਹੁਣ ਵੀ ਹੈ, ਪਾਬੰਦੀ ਹੁਣ ਵੀ ਹੈ। ਕੀ ਉਸ ਵੇਲੇ ਪੰਜਾਬ ਦੇ ਵਿੱਚ ਜਿੱਦਾਂ ਤੁਸੀਂ ਬਾਕੀ ਨੈਸ਼ਨਲ ਮੀਡੀਆ ਉਹਦੇ 'ਤੇ ਪਾਬੰਦੀ ਸੀਗੀ, ਪੰਜਾਬ ਦੇ ਵਿੱਚ ਕੁਝ ਸੀਗੇ ਇੱਦਾਂ ਦੇ ਅਦਾਰੇ ਜਿਨ੍ਹਾਂ ਨੇ ਇਹਨਾਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਛਾਪਿਆ ਉਸ ਵੇਲੇ? ਜਿਹੜੀ ਛਾਪਣ ਦੀ ਗੱਲ ਹੈ ਨਾ ਜੀ, ਉਹ ਮੈਂ ਤੁਹਾਨੂੰ ਦੱਸਿਆ ਵੀ ਉਹ ਦਿੱਲੀ ਤੱਕ ਹੀ ਮਹਿਦੂਦ ਰਹੀ ਆ। ਦਿੱਲੀ ਦੀਆਂ ਹੀ ਖਬਰਾਂ ਛਪੀਆਂ ਨੇ ਜਿਹੜੀਆਂ ਛਪੀਆਂ ਨੇ। ਹੁਣ ਉਹਨੂੰ ਤਾਂ ਆਪਾਂ ਮੰਨ ਲਿਆ ਵੀ ਇੰਨੇ ਕਿਸਮ ਨਾਲ ਜਿਹੜਾ ਸਿੱਖਾਂ ਦਾ ਕਤਲੇਆਮ ਹੋਇਆ, ਇੰਨੇ ਟਾਇਰ ਪਾ ਕੇ ਸਾੜੇ ਜੀ, ਮਿੱਟੀ ਦਾ ਤੇਲ ਪਾ ਕੇ ਸਾੜੇ, ਬਹੁਤ ਕੁਛ ਉਹਦੇ ਬਾਰੇ ਛਪ ਚੁੱਕਿਆ। ਦਿੱਲੀ ਤਾਂ ਚਲੋ ਇੱਕ ਸੈਂਟਰ ਮੰਨਿਆ ਗਿਆ, ਉਹ ਤਾਂ ਖਬਰਾਂ 'ਚ ਵੀ ਹੈਗਾ। ਦੇਸ਼ ਦੀ ਰਾਜਧਾਨੀ ਹੋਣ ਕਰਕੇ ਜਿਹੜਾ ਵਿਦੇਸ਼ੀ ਪ੍ਰੈਸ ਵੀ ਸੀਗਾ ਉਹਦੇ ਨਾਲ ਵੀ ਕੁਛ ਜਿਹੜੀਆਂ ਖਬਰਾਂ ਬਾਹਰ ਨਿਕਲ ਗਈਆਂ। ਪਰ ਗੱਲ ਇਹ ਆ ਵੀ ਇਹਦੀ ਜਿਹੜੀ ਐਗਜ਼ੈਕਟ ਜੇ ਫਿਗਰ ਨਾ ਸਹੀ, ਘੱਟੋ ਘੱਟ ਇੰਨੀ ਤਾਂ ਨਿਸ਼ਾਨਦੇਹੀ ਹੋ ਜਾਏ ਵੀ ਫਲਾਣੇ ਥਾਂ 'ਤੇ ਆਹ ਕੁਛ ਹੋਇਆ। ਉਸ ਵੇਲੇ ਤੁਸੀਂ ਜ਼ਿਕਰ ਕੀਤਾ ਹੈ ਕਿ ਸਿੱਖਾਂ ਦੇ ਕੋਲੇ ਜਿਨ੍ਹਾਂ ਦੇ ਕੋਲੇ ਹਥਿਆਰ ਸੀ ਬਾਕੀ ਸੂਬਿਆਂ ਦੇ ਵਿੱਚ, ਉਹਨਾਂ ਦਾ ਕਿਤੇ ਨਾ ਕਿਤੇ ਬਚਾ ਰਿਹਾ, ਔਰ ਜਿਹੜੇ ਸ਼ਹਿਰੀ ਸਿੱਖ ਸੀ ਉਹ ਕਿਤੇ ਭੁਲੇਖੇ ਦੇ ਵਿੱਚ ਰਹੇ। ਜਿਵੇਂ ਕਿਤੇ ਯਹੂਦੀ ਆਪਾਂ ਮੰਨਦੇ ਹਾਂ ਵੀ ਉਹ ਯਹੂਦੀ ਕਿਤੇ ਨੇ ਉਹ ਭੁਲੇਖਾ ਸੀ ਕਿ ਸਾਨੂੰ ਜਿਹੜੀ ਸੈਂਟਰ ਹੈ, ਸਾਨੂੰ ਜਿਹੜੀ ਲੌਬੀ ਹੈ ਜਿਹੜੀ ਸੈਂਟਰ ਦੀ, ਉਹਦੇ ਤੋਂ ਸਾਨੂੰ ਕੋਈ ਖਤਰਾ ਨਹੀਂ ਹੈਗਾ। ਕਿਤੇ ਨਾ ਕਿਤੇ ਸਿੱਖ ਉਸ ਭੁਲੇਖੇ ਦਾ ਸ਼ਿਕਾਰ ਹੋਏ। ਇੱਕ ਇਹ ਵੀ ਗੱਲ ਸੀ ਜੀ ਵੀ ਜਿਹੜਾ ਕੁਛ ਉਹ ਤੋਂ ਪਹਿਲਾਂ ਜੂਨ 84 'ਚ ਵਰਤਿਆ, ਉਹ ਤਾਂ ਉਹਨਾਂ ਨੇ ਇਹ ਕਹਿ ਕੇ ਦਿਲ ਟਿਕਾਉਂਦੇ ਸੀ ਵੀ ਉੱਥੇ ਤਾਂ ਫਿਰ ਹਥਿਆਰ ਰੱਖੇ ਹੋਏ ਸੀਗੇ, ਮੋਰਚਾ ਚੱਲਦਾ ਸੀ, ਕਤਲ ਹੋ ਰਹੇ ਸੀ, ਫਿਰ ਉੱਥੇ ਤਾਂ ਗੌਰਮੈਂਟ ਨੇ ਤਾਂ ਫੌਜ ਚੜਾਈ। ਅਸੀਂ ਕਿਹੜਾ ਕੁਛ ਕਰਦੇ ਹਾਂ, ਅਸੀਂ ਤਾਂ ਪੀਸਫੁਲ ਹੈਗੇ ਹਾਂ, ਅਸੀਂ ਤਾਂ ਇਹਨਾਂ ਵਾਂਗੂ ਰਹਿੰਦੇ ਹਾਂ, ਅਤੇ ਸਾਡੇ ਬੱਚੇ ਹਿੰਦੀ ਬੋਲਦੇ ਨੇ ਲਗਭਗ ਇਹਨਾਂ ਵਰਗੇ ਹੀ ਆ, ਅਤੇ ਸਾਨੂੰ ਕੀ ਕਹਿਣਾ। ਇਸ ਭੁਲੇਖੇ ਦਾ ਸ਼ਿਕਾਰ ਵੀ ਸੀਗੇ। ਅਤੇ ਜੇ ਨਾ ਵੀ ਭੁਲੇਖੇ ਦਾ ਸ਼ਿਕਾਰ ਹੁੰਦੇ ਉਸ ਟਾਈਮ 'ਤੇ ਫਿਰ ਵੀ ਕੁਛ ਨਹੀਂ ਸੀ ਬਣ ਸਕਦਾ, ਮੌਕੇ 'ਤੇ ਕੁਛ ਨਹੀਂ ਸੀ ਬਣਨਾ। ਤੁਸੀਂ ਜ਼ਿਕਰ ਕੀਤਾ ਜਿੱਦਾਂ ਇਤਿਹਾਸ ਤੋਂ ਆਪਾਂ ਕਿਤੇ ਨਾ ਕਿਤੇ ਸੇਧ ਮਿਲਦੀ ਹੈ ਸਾਨੂੰ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਕੋਈ ਵਰਤਾਂਤ ਵਾਪਰ ਸਕਦਾ ਕਿਤੇ ਨਾ ਕਿਤੇ? ਤੁਹਾਨੂੰ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਹੁਣ ਵੀ ਸੈਂਟਰ ਸਰਕਾਰ ਚੱਲ ਰਹੀ ਹੈ, ਔਰ ਜਿਸ ਤਰੀਕੇ ਦੇ ਨਾਲ ਹੁਣ ਵੀ ਕਿਤੇ ਨਾ ਕਿਤੇ ਭਰਮ ਭੁਲੇਖੇ ਹੈਗੇ ਆ ਸਿੱਖਾਂ ਦੇ ਅੰਦਰ ਕਈ ਤਰ੍ਹਾਂ ਦੇ ਨਾਲ, ਇਹ ਨੁਕਸਾਨ ਹੋ ਸਕਦਾ ਸਿੱਖਾਂ ਨੂੰ ਕਿਤੇ ਅੱਗੇ ਜਾ ਕੇ? ਦੇਖੋ ਜੀ, ਇਹ ਤਾਂ ਹੁਣ ਸਿੱਖਾਂ ਨੂੰ ਸਮਝ ਹੀ ਲੈਣਾ ਚਾਹੀਦਾ ਵੀ ਇਹੋ ਜਿਹਾ ਇੱਕ ਨਹੀਂ, ਪਤਾ ਨਹੀਂ ਕਿੰਨੀ ਵਾਰ ਹੋਣਾ। ਹੁਣ ਤੁਸੀਂ ਦੇਖੋ ਕਿਸਾਨ ਐਜੀਟੇਸ਼ਨ ਚੱਲ ਰਹੀ ਆ, ਉਹਨੂੰ ਵੀ ਮੋਦੀ ਸਾਹਿਬ ਮੈਨੂੰ ਲੱਗਦਾ ਘੁੰਮ ਘੁਮਾ ਕੇ ਇਹ ਅੱਤਵਾਦ ਵੱਖਵਾਦ ਵਾਲੇ ਐਂਗਲ ਤੋਂ ਲਿਆ ਕੇ ਉੱਥੇ ਖੜਾ ਕਰਕੇ ਉਹੀ ਜਿਹੜਾ ਦੌਰ ਫੇਰ ਵਰਤਾਉਣ ਦੀ ਸੰਭਾਵਨਾ ਹੈਗੀ ਆ। ਜਿਵੇਂ ਉਹਨਾਂ ਨੇ ਕਿਸਾਨੀ ਅੰਦੋਲਨ ਨੂੰ 370 ਨਾਲ ਇਕੱਠਾ ਕਰਕੇ ਜੋੜਿਆ, ਨਾ 370 ਤੋਂ ਮੈਂ ਪਿੱਛੇ ਹਟੂੰਗਾ ਅਤੇ ਨਾ ਹੈ ਕਿਸਾਨ ਜਿਹੜੇ ਕਾਨੂੰਨ ਨੇ ਇਹਨਾਂ ਤੋਂ ਹਟੂੰਗਾ। ਹੁਣ ਉਹ ਤਾਂ ਧਿਆਨ ਦੇਣ ਵਾਲੀ ਗੱਲ ਹੈ ਵੀ 370 ਬਾਰੇ ਤਾਂ ਕੋਈ ਐਜੀਟੇਸ਼ਨ ਹੋ ਹੀ ਨਹੀਂ ਰਹੀ। ਜਿਹੜਾ ਕਹਿ ਰਿਹਾ ਵੀ ਆਹ 2 ਐਜੀਟੇਸ਼ਨਾਂ ਹੋ ਰਹੀਆਂ, ਨਾ ਮੈਂ ਉਹਦੇ ਮੂਹਰੇ ਝੁਕੂੰਗਾ ਨਾ ਉਹਦੀ ਤਾਂ ਗੱਲ ਖਤਮ ਆ, ਹੁਣ ਉਹ ਤਾਂ ਮੁੱਕ ਚੁੱਕੀ ਆ। ਉਹਦਾ ਨਾਂ ਲੈ ਕੇ ਕਿਸਾਨ ਅੰਦੋਲਨ ਨਾਲ ਜੋੜਨਾ, ਇੱਥੋਂ ਇਹ ਖਦਸ਼ਾ ਜ਼ਾਹਰ ਹੁੰਦਾ ਵੀ ਇਹੀ ਜਿਹੀ ਗੱਲ
ਫੇਰ ਮੁੜ ਕੇ ਪਤਾ ਨਹੀਂ ਹੁਣ ਕਿਸ ਸ਼ਕਲ 'ਚ ਆਉਣੀ ਆ। ਇਹ ਨਹੀਂ ਵੀ ਉਹ ਜੂਨ ਵਰਗੇ ਉਹਦੇ ਆਵੇ ਜਾਂ 84 ਨਵੰਬਰ ਵਰਗੀ ਆਵੇ, ਪਤਾ ਨਹੀਂ ਉਹ ਕਿਸ ਸ਼ਕਲ 'ਚ ਆਉਣੀ ਆ। ਜਦੋਂ ਇਹ ਸਾਰੇ ਦੁੱਖ ਦੀ ਜਿਹੜਾ ਹੈਗਾ ਸ਼ੁਰੂਆਤ ਹੁੰਦੀ ਹੈ ਇੰਦਰਾ ਗਾਂਧੀ ਦੇ ਕਤਲ ਤੋਂ ਹੁੰਦੀ ਹੈ, ਔਰ ਇੰਦਰਾ ਗਾਂਧੀ ਦੇ ਕਤਲ ਨੂੰ ਵੀ ਲੁਕੋਇਆ ਗਿਆ ਸੀ ਕਿਤੇ। ਇੰਦਰਾ ਗਾਂਧੀ ਦਾ ਦੇਖੋ ਜੀ 9:15 ਵਜੇ ਉਹਦੇ ਗੋਲੀਆਂ ਵੱਜਦੀਆਂ ਨੇ ਇੰਦਰਾ ਗਾਂਧੀ ਦੇ, ਤੇ ਸਰਕਾਰੀ ਤੌਰ ਤੇ ਜਿਹੜਾ ਰੇਡੀਓ ਸੀਗਾ ਆਕਾਸ਼ਵਾਣੀ, ਉਹਨੇ ਸ਼ਾਮ ਨੂੰ 6 ਵਜੇ ਜਾ ਕੇ ਉਹ ਖਬਰ ਦਿੱਤੀ। ਯਾਨੀ ਤੁਸੀਂ ਦੇਖ ਲਓ ਵੀ ਉਹ 9 ਘੰਟੇ ਜਿਹੜੀ ਖਬਰ ਆ ਉਹ ਲੁਕੋਈ ਗਈ। ਤੇ ਕੀ ਜਿਹੜੀ ਮੈਡੀਕਲ ਰਿਪੋਰਟ ਕੀ ਕਹਿੰਦੀ ਸੀ ਵੀ ਔਨ ਦੀ ਸਪੌਟ ਮੌਤ ਹੋਈ ਆ? ਮੈਡੀਕਲ ਰਿਪੋਰਟ ਜਿਹੜਾ ਉਹਦਾ ਬਣਾਇਆ ਗਿਆ ਮੈਡੀਕਲ ਸਰਟੀਫਿਕੇਟ, ਉਹਦੇ 'ਚ ਇਹ ਲਿਖਿਆ ਗਿਆ ਵੀ ਇਹ ਇੱਥੇ ਉਹਨੂੰ ਮੋਈ ਹਾਲਤ ਦੇ ਵਿੱਚ ਲੈ ਕੇ ਆਏ, ਵੀ ਮਰੀ ਹੋਈ ਨੂੰ ਇੱਥੇ ਲਿਆਂਦਾ ਗਿਆ। ਇਟ ਮੀਨਸ ਜਿਹੜੀ ਉਹਦੀ ਮੌਤ ਆ ਉਹ ਮੌਕੇ 'ਤੇ ਹੋ ਗਈ ਸੀਗੀ। ਤੇ ਕੀ ਕਾਰਨ ਮੰਨਦੇ ਹੋ ਜਿਹੜਾ ਇੰਨਾ ਲੰਮਾ ਸਮਾਂ ਤੱਕ ਜਿਹੜਾ ਲੁਕੋਇਆ ਗਿਆ ਸੀਗਾ? ਜਿੱਦਾਂ ਇਹਦੇ ਵਿੱਚ ਜਿਹੜਾ ਤੁਸੀਂ ਦੱਸਦੇ ਹੋ ਵੀ ਜਿਹੜਾ ਨਸਲਕੁਸ਼ੀ ਹੋਈ ਆ, ਉਹਦੇ ਤੇ ਕਾਰਨ ਤਾਂ ਇਹ ਤੁਸੀਂ ਦੱਸਿਆ ਕਿ ਕਿਤੇ ਨਾ ਕਿਤੇ ਉਹ ਵੀ ਉਭਾਰਨਾ ਬਣ ਜੇ ਸਿੱਖਾਂ ਦੇ ਅੰਦਰ, ਉਹਦਾ ਰੋਹ ਦਾ ਜਿਹੜਾ ਹੈਗਾ ਉਹਦੇ ਖਿਲਾਫ, ਨਸਲਕੁਸ਼ੀ ਦੇ ਖਿਲਾਫ ਰੋਹ ਨਾ ਪੈਦਾ ਹੋ ਜੇ, ਤੇ ਇਹਦਾ ਕੀ ਮੰਨਦੇ ਹੋ ਕਾਰਨ? ਇੱਕ ਦੇਖੋ ਇਹਦੇ 'ਚ ਜੀ ਕਈ ਗੱਲਾਂ ਨੇ, ਮਤਲਬ ਬੜੇ ਲੇਖਕਾਂ ਨੇ ਇਹ ਵੀ ਲਿਖਿਆ ਵੀ ਇਹ ਕਤਲੇਆਮ ਦੀ ਤਿਆਰੀ ਪਹਿਲਾਂ ਤੋਂ ਸੀ। ਇੰਦਰਾ ਗਾਂਧੀ ਨੇ ਆਪਣੇ ਜਿਉਂਦੇ ਜੀ ਕਰ ਲਈ ਸੀ ਵੀ ਪਾਕਿਸਤਾਨ ਨਾਲ ਲੜਾਈ ਛੇੜ ਕੇ ਤੇ ਸਿੱਖਾਂ ਤੇ ਇਲਜ਼ਾਮ ਲਾਇਆ ਜਾਊਗਾ ਜੀ ਇਹ ਦੇਸ਼ ਨਾਲ ਗਦਾਰੀ ਕਰ ਰਹੇ ਨੇ, ਪਾਕਿਸਤਾਨ ਨਾਲ ਮਿਲ ਗਏ, ਤੇ ਇੱਥੇ ਪੰਜਾਬ ਦੇ ਵਿੱਚ ਇਹ ਕਤਲੇਆਮ ਕਰਾਉਣ ਦੀ ਯੋਜਨਾ ਸੀ। ਬੜੇ ਲਿਖਾਰੀਆਂ ਨੇ ਆਪਣੇ ਤੌਰ ਤੇ ਸੋਰਸਸ ਤੋਂ, ਜਿਹਨੂੰ ਆਪਾਂ ਕਹਿੰਦੇ ਸਰਕਮਸਟੈਂਸ਼ੀਅਲ ਐਵੀਡੈਂਸਿਸ, ਵੀ ਮੌਕੇ ਦੀਆਂ ਉਹ ਹਾਲਾਤ ਦੀਆਂ ਗਵਾਹੀਆਂ ਲੈ ਕੇ ਇਹ ਸਿੱਟੇ 'ਤੇ ਪਹੁੰਚੇ ਵੀ ਉਹ ਇੰਦਰਾ ਗਾਂਧੀ ਦੀ ਤਿਆਰੀ ਸੀ। ਉਹ ਇੱਕ ਇਹ ਵੀ ਦੇਖਦੇ ਵੀ ਉਹਨਾਂ ਦੇ ਹੱਥਾਂ ਦੇ ਵਿੱਚ ਵੋਟਰ ਲਿਸਟਾਂ ਸੀ ਕਾਤਲਾਂ ਦੇ, ਵੀ ਵੋਟਰ ਲਿਸਟਾਂ ਦੇ ਦੇਖੋ ਸਿੰਘ ਕੌਰ ਵਾਲੀ ਜਿਹੜੀਆਂ ਕਿੱਥੇ ਆ, ਦਫ਼ਤਰ ਬੰਦ ਸੀਗੇ, ਇੱਕਦਮ ਵੋਟਰ ਲਿਸਟਾਂ ਉਹਨਾਂ ਕੋਲ ਕਿਵੇਂ ਆ ਗਈਆਂ, ਨਿਸ਼ਾਨੀਆਂ ਲਾਈਆਂ ਗਈਆਂ ਸਿੱਖਾਂ ਦੇ ਘਰਾਂ ਦੇ ਵਿੱਚ, ਸਿੱਖਾਂ ਦੇ ਘਰਾਂ ਦੇ ਬਾਹਰ ਵੀ ਆਹ ਸਿੱਖ ਦਾ ਘਰ ਆ। ਤੇ ਇਹ ਵੈਲ ਪਲਾਨਡ ਤਰੀਕੇ ਤੋਂ ਬਗੈਰ ਇੱਕਦਮ ਵਾਪਰੀ ਘਟਨਾ ਨਹੀਂ ਹੋ ਸਕਦੀ। ਜੇ ਆਪਾਂ ਇਹਨਾਂ ਸਾਰੇ ਸਰਕਮਸਟੈਂਸਸ ਨੂੰ ਜੇ ਆਪਾਂ ਗੌਰ ਕਰੀਏ, ਵਾਚੀਏ, ਤਾਂ ਇਹ ਕਿਤੇ ਨਾ ਕਿਤੇ ਸੋਚੀ ਸਮਝੀ ਸਾਜ਼ਿਸ਼ ਲੱਗਦੀ ਹੈ। ਉਹ ਇਹ ਆ ਵੀ ਜੇ ਆਪਾਂ ਇਹਨੂੰ ਸੱਚ ਮੰਨ ਲਈਏ ਵੀ ਹਾਂ ਇਹ ਵੀ ਹੋ ਸਕਦੀ ਸੀ, ਤਾਂ ਉਹ ਜਿਹੜੇ ਅਫਸਰ ਸੀ ਜਿਨ੍ਹਾਂ ਨੂੰ ਇਹਨਾਂ ਗੱਲਾਂ ਦਾ ਪਤਾ ਸੀ, ਉਹ ਰਾਜੀਵ ਗਾਂਧੀ ਦੀ ਉਡੀਕ ਕਰਦੇ ਹੁਣ। ਰਾਜੀਵ ਗਾਂਧੀ ਬਾਹਰ ਸੀ ਉਦੋਂ, ਕਲਕੱਤੇ ਸੀ, ਬੰਗਾਲ ਦੇ ਦੌਰੇ 'ਤੇ ਸੀ, ਵੀ ਉਹ ਆ ਜਾਵੇ ਫਿਰ ਉਹ ਤੋਂ ਪੁੱਛੀਏ ਵੀ ਤੂੰ ਦੱਸ ਕਿਵੇਂ ਕਰਨਾ, ਕੀ ਕਰਨਾ। ਫਿਰ ਵੀ ਹੁਣ ਉਹਨੂੰ ਪ੍ਰਧਾਨ ਮੰਤਰੀ ਦੀ ਸਹੁੰ ਵੀ ਚੁਕਾਉਣੀ ਆ, ਇਹਦੀ ਵੀ ਹੋ ਸਕਦਾ। ਵੈਸੇ ਉਹਨਾਂ ਨੂੰ ਥੋੜ੍ਹੇ ਚਿਰ ਬਾਅਦ ਹੀ ਡਾਕਟਰਾਂ ਨੇ ਦੱਸਤਾ ਸੀ RK ਧਵਨ ਨੂੰ ਵੀ ਖੇਡ ਖਤਮ ਆ, ਤੁਸੀਂ ਇਹਨੂੰ ਮਰ ਚੁੱਕੀ ਸਮਝ ਕੇ ਜੇ ਕੋਈ ਆਪਦੀ ਤਿਆਰੀ ਬੇਰੀ ਕਰਨੀ ਉਹ ਸ਼ੁਰੂ ਕਰ ਦਿਓ, ਸ਼ੁਰੂ ਕਰ ਸਕਦੇ ਹੋ। ਤੇ ਇਹ ਜਿਹੜੀ ਸੋਚ ਵਿਚਾਰ ਨੂੰ ਵੀ ਅੱਜ ਹੁਣ ਅਸੀਂ ਡਿਕਲੇਅਰ ਕਰਤਾ, ਇੱਕ ਤਾਂ ਵੱਡੀ ਗੱਲ ਸੀ ਸਹੁੰ ਚੁਕਾਉਣ ਦੀ, ਵੀ ਜੇ ਉਹਨੂੰ ਮਰੀ ਹੋਈ ਡਿਕਲੇਅਰ ਕਰਤਾ ਤਾਂ ਉੱਥੇ ਜਿਹੜਾ ਰਾਸ਼ਟਰਪਤੀ ਰਾਜ ਨਹੀਂ ਲੱਗ ਸਕਦਾ ਸੈਂਟਰ ਦੇ ਵਿੱਚ, ਉੱਥੇ ਤੁਹਾਨੂੰ ਕੋਈ ਪ੍ਰਧਾਨ ਮੰਤਰੀ ਨੂੰ ਸਹੁੰ ਚੁਕਾਉਣੀ ਪੈਣੀ ਆ। ਤਾਂ ਵੀ ਉਹ ਕਿਹਨੂੰ ਚੁਕਾਉਣੀ ਆ, ਕੀ ਤੋਂ ਗਿਆਨੀ ਜੈਲ 'ਚੋਂ ਬਾਹਰੋਂ ਆਉਂਦਾ, ਮੰਨਦਾ ਨਹੀਂ ਮੰਨਦਾ ਰਾਜੀਵ ਗਾਂਧੀ ਨੂੰ ਸਹੁੰ ਚੁਕਾਉਣ 'ਤੇ ਕਿਵੇਂ ਆ, ਉਹਦੇ ਲਈ ਵੀ ਉਹ ਹੋ ਸਕਦਾ ਉਹ ਜਿਹੜੀ ਖਬਰ ਆ ਰੋਕ ਕੇ ਰੱਖੀ ਗਈ ਹੋਵੇ। ਹਾਲਾਂਕਿ ਜਿਹੜੀ BBC ਨੇ 12 ਵਜੇ ਖਬਰ, ਜਿਹੜੀ ਉਹਦੀ ਵਰਲਡ ਸਰਵਿਸ ਹੈ ਨਾ, ਅੰਗਰੇਜ਼ੀ ਦੀਆਂ ਖਬਰਾਂ ਨੇ, ਉਹਦੇ 'ਚ 12 ਵਜੇ ਖਬਰ ਦੇ ਦਿੱਤੀ ਸੀ ਰਾਜੀਵ ਗਾਂਧੀ ਨੇ ਜਦੋਂ ਉਹ ਹੁਗਲੀ ਦੌਰੇ 'ਤੇ ਸੀ ਤਾਂ ਉਹਦਾ ਕਾਰਾਂ ਦਾ ਕਾਫਲਾ ਜਾਂਦਾ ਸੀ ਤੇ ਉਹਨੂੰ ਪੁਲਿਸ ਵਾਲਿਆਂ ਨੇ ਹੱਥ ਦੇ ਕੇ ਰੋਕਿਆ ਤੇ ਉਹਦੇ ਕੰਨ 'ਚ ਕਿਹਾ ਅੰਗਰੇਜ਼ੀ 'ਚ ਵੀ ਤੈਨੂੰ ਛੇਤੀ ਦਿੱਲੀ ਮੁੜ ਜਾਣਾ ਚਾਹੀਦਾ, ਉੱਥੇ ਕੋਈ ਵੱਡਾ ਬਣਾ ਵਾਪਰ ਗਿਆ। ਤਾਂ ਉੱਥੋਂ ਉਹਨੂੰ ਹੈਲੀਕਾਪਟਰ 'ਤੇ ਜਾਂ ਕਾਰ 'ਤੇ ਕਿਵੇਂ ਕਲਕੱਤੇ ਏਅਰਪੋਰਟ 'ਤੇ ਆਇਆ, ਉੱਥੇ ਉਹਦੀ ਫੋਟੋ ਵੀ ਹੈਗੀ, ਛੋਟਾ ਜਿਹਾ ਉਹਦੇ ਕੋਲ ਰੇਡੀਓ ਉਹ ਕੰਨ ਨੂੰ ਲਾਇਆ ਹੋਇਆ, ਉੱਥੇ ਉਹਨੂੰ ਪਤਾ ਲੱਗ ਗਿਆ ਸੀਗਾ ਵੀ ਘਟਨਾ ਹੈ ਜਿਹੜੀ ਇੰਦਰਾ ਗਾਂਧੀ ਦੀ ਮੌਤ ਹੋ ਗਈ ਆ। ਉੱਥੋਂ ਆਇਆ ਕੋਈ 6 ਵਜੇ ਉਹ ਪਹੁੰਚੇ ਹਸਪਤਾਲ, ਤਾਂ ਉੱਥੇ ਗਿਆਨੀ ਜੈਲ ਸਿੰਘ ਵੀ ਆ ਗਿਆ ਸੀਗਾ ਤੇ
ਉੱਥੇ ਜਾ ਕੇ ਫਿਰ ਉਹਨੂੰ ਗਿਆਨੀ ਜੈਲ ਸਿੰਘ ਨੂੰ ਕਿਹਾ ਗਿਆ, ਉਹ ਜਿਹੜਾ ਅਰੁਣ ਨਹਿਰੂ ਸੀ, ਉਹਨੇ ਕਿਹਾ ਵੀ ਰਾਜੀਵ ਗਾਂਧੀ ਨੂੰ ਸਹੁੰ ਚੁਕਾਉਣੀ ਆ, ਨਹੀਂ ਤਾਂ ਆਹ ਦੇਖ ਲਾ ਉਹਦੀ ਹਸਪਤਾਲ ਦੀ ਛੱਤ ਤੇ ਚੜ੍ਹ ਕੇ ਦਿਖਾਇਆ ਦਿੱਲੀ ਧੂੰਆਂ ਫੈਲਿਆ ਹੋਇਆ, ਅੱਗਾਂ ਲੱਗੀਆਂ ਹੋਈਆਂ। ਹੋ ਸਕਦਾ ਉਹਨੂੰ ਦਬਾਅ ਪਾਇਆ ਵੀ ਇਹ ਤੈਨੂੰ ਵੀ ਨਹੀਂ ਇੱਥੋਂ ਬਾਹਰ ਨਿਕਲਣ ਦੇਣਾ। ਉਹਦੇ ਕਾਰ ਤੇ ਵੀ ਬੱਟੇ ਵੱਜੇ ਆ ਵੀ ਜਾਂ ਰਾਜੀਵ ਗਾਂਧੀ ਨੂੰ ਸਹੁੰ ਚੁਕਾ ਤੇ ਨਹੀਂ ਤੇਰਾ ਹਸ਼ਰ ਵੀ ਮਾੜਾ ਹੋਊ। ਅੱਛਾ, ਇੱਕ ਹੋਰ ਜਿਹੜੀ ਗੱਲਬਾਤ ਜਿਹੜੀ ਲੇਖਕਾਂ ਦੇ ਵੱਲੋਂ ਉਹ ਵੀ ਸਾਹਮਣੇ ਰੱਖੀ ਗਈ ਆ ਵੀ ਜਿਹੜਾ ਉਸ ਵੇਲੇ ਸਰਕਾਰੀ ਅਮਲਾ ਸੀ, ਉਹਦੇ ਵੱਲੋਂ ਪਹਿਲਾਂ ਜਿਹੜੇ ਲੋਕਾਂ ਦੇ ਕੋਲ ਹਥਿਆਰ ਸੀ, ਉਹਨਾਂ ਹਥਿਆਰਾਂ ਨੂੰ ਜ਼ਬਤ ਵੀ ਕੀਤਾ ਗਿਆ ਸੀ। ਬਿਲਕੁਲ ਜ਼ਬਤ ਕੀਤਾ ਗਿਆ। ਸਿੱਖਾਂ ਦੇ ਕੋਲੇ ਜਿਹੜੇ ਹਥਿਆਰ ਲਾਇਸੈਂਸੀ ਅਸਲਾ ਸੀ ਉਹ ਜ਼ਬਤ ਕੀਤਾ ਗਿਆ। ਉਹ ਕੀ ਕਾਰਨ ਸੀਗਾ ਵੀ ਇਹੀ ਜਿਹੜਾ ਤੁਸੀਂ ਪਹਿਲਾਂ ਕਾਰਨ ਦੱਸਿਆ ਵੀ ਕਿਤੇ ਨਾ ਕਿਤੇ ਉਹ ਸਿੱਖ ਉੱਥੇ ਬਚਾਅ ਦੇ ਲਈ ਹਥਿਆਰ ਚਲਾਉਣਗੇ ਜਾਂ ਇਸ ਤਰ੍ਹਾਂ ਦੀ ਬਚਾਅ ਦੇ ਲਈ ਹਥਿਆਰ ਚਲਾਉਣਗੇ? ਤੇ ਸ਼ਾਇਦ ਇਹ 20 ਵਿਸਵੇ ਜਿੱਥੇ ਤੱਕ ਮੈਂ ਪੜ੍ਹਿਆ, ਜਿਹੜਾ ਜਸਟਿਸ ਮਿਸ਼ਰਾ ਕਮਿਸ਼ਨ ਬਣਿਆ, ਜਿਹਨੂੰ ਕਿਹਾ ਗਿਆ ਦਿੱਲੀ ਦੇ ਦੰਗਿਆਂ ਬਾਰੇ ਜਾਂਚ ਕਰੂ, ਉਹਦੇ 'ਚ ਉਹਨੇ ਇਸ ਚੀਜ਼ ਨੂੰ ਜਸਟੀਫਾਈ ਕਰਿਆ। ਅੱਛਾ, ਹਾਂ, ਮਤਲਬ ਮੈਂ 100% ਸ਼ੋਰ ਨਹੀਂ ਹੈ, ਪਰ ਗੱਲ ਇਹ ਹੈਗੀ ਆ, ਪੜ੍ਹੀ ਜਾ ਸਕਦੀ ਆ। ਉਹਨੇ ਇਹਨੂੰ ਜਾਇਜ਼ ਠਹਿਰਾਇਆ ਵੀ ਸਰਕਾਰ ਨੇ ਜਿਹੜਾ ਅਸਲਾ ਖੋਇਆ ਨਾ ਸਿੱਖਾਂ ਤੋਂ, ਉਹ ਜਾਇਜ਼ ਸੀ। ਕਹਿੰਦੇ ਕਿਉਂਕਿ ਉਹਨੇ ਦੰਗਾਕਾਰੀ ਲਫ਼ਜ਼ ਵੀ ਦੰਗਾਕਾਰੀ ਬਹੁਤ ਸਾਰੇ ਆਉਣੇ ਸੀ, ਤੇ ਜੇ ਉਹ ਸਿੱਖਾਂ ਤੇ ਹਮਲਾ ਕਰਦੇ ਥੋੜ੍ਹੇ ਹੀ ਮਰਨੇ ਸੀ, 5-7 ਜਿਹੜੇ ਘਰ ਦੇ ਵਿੱਚ ਮੈਂਬਰ ਸੀਗੇ, ਤੇ ਜੇ ਉਹ ਗੋਲੀਆਂ ਚਲਾਉਂਦੇ ਤਾਂ ਮੂਹਰੇ ਦੰਗਾਕਾਰੀ ਬਹੁਤੇ ਮਰਨੇ ਸੀ। ਅੱਛਾ, ਇਹ ਸੋਚ ਕੇ ਸ਼ਾਇਦ ਮਤਲਬ ਉਹਨੇ ਜਸਟੀਫਾਈ ਕੀਤਾ। ਮਤਲਬ ਇਹ ਜਾਣੀ ਸ਼ੋਰ ਆ ਗੱਲ ਵੀ ਹਥਿਆਰ ਉਹਨਾਂ ਤੋਂ ਲੈ ਕੇ ਹੋ ਲੈ ਗਏ ਸੀ। ਜਿਹੜਾ ਹੁਣ 84 ਦਾ ਦੁਖਾਂਤ ਹੋਇਆ, 84 ਜਦੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਨੇ ਸ਼ੁਰੂਆਤ ਕੀਤੀ ਸੀ, ਉਸ ਵੇਲੇ ਤੋਂ ਜਿਹੜਾ ਉਸ ਤੋਂ ਬਾਅਦ ਫਿਰ ਇਹ ਭਾਣਾ ਜਿਹੜਾ ਹੈਗਾ ਵਾਪਰਿਆ, ਸਿੱਖਾਂ ਦੀ ਨਸਲਕੁਸ਼ੀ ਹੋਈ, ਉਸ ਤੋਂ ਬਾਅਦ ਇੱਕ ਲੰਬਾ ਸਮਾਂ ਜਿਹੜਾ ਹੈਗਾ ਉਹ ਗੈਪ ਰਿਹਾ ਵਿੱਚ, ਜਿਹੜਾ ਸਿੱਖ ਸੰਘਰਸ਼ ਦੇ ਵਿੱਚ 1997 ਤੋਂ ਬਾਅਦ ਬਾਦਲ ਹੋਣੀ ਆਉਂਦੇ ਆ, ਅਤੇ ਕਿਤੇ ਨਾ ਕਿਤੇ ਜਿਹੜੀ ਸਾਡੀ ਸਿਆਸੀ ਜਮਾਤ ਸੀ, ਪੰਜਾਬ ਦੀ ਅਗਵਾਈ ਕਰਦੀ ਸੀ, ਉਹਨੇ ਵੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨੂੰ ਲੁਕੋ ਕੇ ਰੱਖਿਆ ਕਿ ਇਹ ਜਿਹੜੇ ਨਸਲਕੁਸ਼ੀ ਦਾ ਜਿਹੜਾ ਮੁੱਦਾ ਹੈ ਕਿਤੇ ਹੋਰ ਨਾ ਉੱਭਰੇ ਜਾਂ ਹੋਰ ਇਹਦਾ ਪ੍ਰਗਟਾਵਾ ਕਿਤੇ ਵੱਖਰੇ ਰੂਪ ਦੇ ਵਿੱਚ ਸਾਹਮਣੇ ਨਾ ਆਵੇ। ਬਸ ਉਹ ਇਹ ਜਿਹੜੇ ਬਾਦਲ ਪਾਰਟੀ ਸੀਗੀ, ਇਹਦਾ ਨਾਂ ਤਾਂ ਲੈਂਦੀ ਸੀ ਸਿਰਫ ਵੋਟਾਂ ਵੇਲੇ ਆ ਕੇ ਤਾਂ ਉਹ ਕਹਿੰਦੇ ਵੀ ਆਹ ਦੇਖੋ ਜੀ ਕਾਂਗਰਸ ਨੇ ਆਹ ਕਰਾਇਆ। ਸਿਰਫ ਕਾਂਗਰਸ ਨੂੰ ਭੰਡਣ ਦੇ ਲਈ ਉਹਨੇ ਇੱਕ 15-20 ਦਿਨ ਇਹਨੂੰ ਉਭਾਰਿਆ ਜਾਂਦਾ ਸੀ, ਪਰ ਇਹਨੂੰ ਗਹਿਰਾਈ ਤੱਕ ਜਾ ਕੇ ਇਹਦੇ ਕਾਰਨ ਲੱਭਣ ਦੀ ਜਾਂ ਜਿੱਥੇ ਹੋਇਆ ਘੱਟੋ ਘੱਟ ਉਹਨੂੰ ਲਿਖਤਬੱਧ ਕਰਨ ਦੇ ਕੋਈ ਕੋਸ਼ਿਸ਼ ਨਹੀਂ ਕੀਤੀ। ਸੈਂਟਰ ਸਰਕਾਰ ਦੇ ਵਿੱਚ ਹਿੱਸੇਦਾਰ ਵੀ ਰਹੇ ਨੇ, ਅਤੇ ਉਹ ਚਾਹੀਦਾ ਸੀ ਵੀ ਜਿਹੜੀਆਂ ਗੁਪਤ ਫਾਈਲਾਂ ਸੀ ਉਹੀ ਕਢਾ ਲੈਂਦੇ। ਹਾਲਾਂਕਿ ਬੀਜੇਪੀ ਸਰਕਾਰ ਸੀਗੀ, ਉਹ ਖੁਦ ਕਹਿੰਦੀ ਰਹੀ ਸੀ ਵੀ ਮਾੜਾ ਹੁਆ ਹੈ, ਜੇ ਮਾੜਾ ਹੁਆ ਹੈ ਤਾਂ ਫਿਰ ਸਾਨੂੰ ਆ ਦਿਖਾ ਦਿਓ ਸਰਕਾਰੀ ਫਾਈਲਾਂ ਕੀ ਕਹਿੰਦੀਆਂ ਨੇ, ਖੂਫੀਆ ਏਜੰਸੀਆਂ ਦੀਆਂ ਫਾਈਲਾਂ ਕੀ ਕਹਿੰਦੀਆਂ ਨੇ, ਪ੍ਰਧਾਨ ਮੰਤਰੀ ਦੇ ਦਫ਼ਤਰ ਦੀਆਂ ਫਾਈਲਾਂ ਕੀ ਕਹਿੰਦੀਆਂ ਨੇ। ਹੋਰ ਗੁਪਤ ਤੁਸੀਂ ਡਾਕੂਮੈਂਟ ਨਾ ਦਿਖਾਓ, ਘੱਟੋ ਘੱਟ ਜਿਹੜੇ ਇਹਦੇ ਨਾਲ ਸੰਬੰਧਿਤ ਨੇ, ਜਿਹੜੇ ਦੋਸ਼ ਤੁਸੀਂ ਖੁਦ ਲਾਉਂਦੇ ਹੋ ਉਹਦੇ ਨਾਲ ਜਿਹੜੇ ਸੰਬੰਧਿਤ ਨੇ ਉਹੀ ਨਸ਼ਰ ਕਰ ਦਿਓ, ਪਰ ਇਹੋ ਜਿਹਾ ਕੁਛ ਨਹੀਂ ਕੀਤਾ। ਜਿਹੜੇ ਸਰਕਾਰੀ ਦਸਤਾਵੇਜ਼ ਨੇ ਕਿਤੇ ਨਾ ਕਿਤੇ ਅੱਜ ਵੀ ਉਹਨਾਂ ਦੇ ਅੰਦਰ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਦਰਜ ਹੋਣਗੀਆਂ, ਤੋਂ ਮੈਂ ਇੱਕ ਇਹ ਸਵਾਲ ਪੁੱਛਣਾ ਚਾਹੁੰਦਾ ਕਿ ਕੀ ਸਰਕਾਰੀ ਦਸਤਾਵੇਜ਼ਾਂ ਨੂੰ ਆਪਣੇ ਨਿੱਜੀ ਹਿੱਤਾਂ ਦੇ ਲਈ ਨਸ਼ਟ ਕਰ ਦਿੱਤਾ ਜਾਂਦਾ ਹੈ, ਜਾਂ ਜਿਹੜੇ ਸਰਕਾਰੀ ਦਸਤਾਵੇਜ਼ ਨੇ ਉਵੇਂ ਦੇ ਉਵੇਂ ਪਏ ਰਹਿੰਦੇ ਨੇ? ਦੇਖੋ ਜੀ, ਇਹਦੇ ਬਾਰੇ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਵੀ ਨਸ਼ਟ ਕਰ ਦਿੱਤੇ ਜਾਂਦੇ ਕਿ ਨਹੀਂ। ਮੇਰੇ ਹਿਸਾਬ ਨਾਲ ਵੀ ਉਹ ਨਸ਼ਟ ਨਹੀਂ ਕੀਤੇ ਜਾਂਦੇ, ਉਹ ਗੁਪਤ ਰੱਖੇ ਜਾਂਦੇ ਆ। ਹਾਂ, ਉਹ ਕਈ ਮੁਲਕਾਂ ਦੇ ਵਿੱਚ ਤਾਂ ਇਹ ਕਾਨੂੰਨ ਆ ਵੀ ਆਪਾਂ ਆਹ ਚੀਜ਼ ਆ ਜਿਹੜੀ 50 ਸਾਲ ਗੁਪਤ ਰੱਖਣੀ ਆ, ਆਹ ਜਿਹੜੀ ਚੀਜ਼ ਆ 30 ਸਾਲ ਗੁਪਤ ਰੱਖਣੀ ਆ, ਉਹ ਤੋਂ ਬਾਅਦ ਇਹਨੂੰ ਜਨਤਕ ਕਰ ਦੇਣਾ। ਤੁਹਾਨੂੰ ਲੱਗਦਾ ਵੀ ਸਾਡੇ ਜਿਹੜਾ ਇਹ ਸਾਡੇ ਨਾਲ ਵਾਪਰਾ ਹੋਇਆ ਦੁਖਾਂਤ ਹੈ, ਇਹਦੇ ਕਿਤੇ ਦਸਤਾਵੇਜ਼ ਵੀ ਇਸੇ ਜਿਹੜੀ ਤੁਸੀਂ ਪਾਲਿਸੀ ਕੀ ਆ, ਇਸੇ ਪਾਲਿਸੀ ਦੇ ਤਹਿਤ ਗੁਪਤ ਰੱਖੇ ਹੋਏ? ਦੇਖੋ, ਇੱਥੇ ਤਾਂ ਸਭ ਕੁਝ ਗੁਪਤ ਆ। ਜਿਹੜਾ ਕੁਛ RTI 'ਚ ਅਸੀਂ ਮੰਗ ਸਕਦੇ ਹਾਂ, ਜੋ ਸਾਨੂੰ ਰਾਈਟ ਆ, ਉਹ ਵੀ ਗੁਪਤ ਆ। ਉਹ ਘੁੰਮਣ ਘੇਰੀਆਂ ਪਾ ਕੇ ਉਹਦਾ ਜਵਾਬ ਹੀ ਨਹੀਂ ਦਿੰਦੇ, ਅਪੀਲ ਕਰਦੇ ਉੱਤੇ ਤਾਂ ਵੀ ਕੋਈ ਸੁਣਵਾਈ ਨਹੀਂ। ਅਤੇ ਜਿਹੜੇ ਗੁਪਤ ਹੈਗੇ ਆ ਉਹ ਤਾਂ ਗੁਪਤ ਹੈ ਹੀ ਹੈ, ਉਹ ਤਾਂ ਚਲੋ RTI 'ਚ ਵੀ ਨਹੀਂ ਆਉਂਦੇ ਵੀ ਜਿਹੜੇ ਗੁਪਤ ਦਸਤਾਵੇਜ਼ ਆ ਤੁਸੀਂ ਮੰਗ ਨਹੀਂ ਸਕਦੇ। ਅਤੇ ਪਰ ਜਿਹੜੇ ਗੁਪਤ ਤਾਂ ਹੋਣਗੇ, ਕਿਸੇ ਇੰਟਰਸਟ ਹੁੰਦਾ ਨਾ ਉਹਦੇ 'ਚ, ਸਰਕਾਰ ਦਾ ਤਾਂ ਕੋਈ ਇੰਟਰਸਟ ਨਹੀਂ ਹੋਣਾ ਚਾਹੀਦਾ। ਜੇ ਕੋਈ ਗੈਰ ਕਾਨੂੰਨੀ ਕਿਸੇ ਨਾਲ
ਕੌਮ ਦੇ ਉੱਤੇ ਤੁਸੀਂ ਐਡਾ ਕਹਿਰ ਵਰਤਾਇਆ, ਉਹਦੇ 'ਚ ਤਾਂ ਜਿਹੜੀ ਸਰਕਾਰ ਉਹਦੀ ਭੰਡੀ ਕਰਦੀ ਆ ਕਹਿਰ ਦੀ, ਉਹਦਾ ਤਾਂ ਕੋਈ ਇੰਟਰਸਟ ਨਹੀਂ ਹੋਣਾ ਚਾਹੀਦਾ ਤੇ ਗੁਪਤ ਰੱਖਣੇ ਆ। ਉਹ ਤਾਂ ਉਹਨੂੰ ਤਾਂ ਨਸ਼ਰਕਾਰੀ ਦੇਣੇ ਚਾਹੀਦੇ ਆ, ਤਾਂ ਜਾਂ ਘੱਟੋ ਘੱਟ ਇੰਨਾ ਤਾਂ ਕਹਿਣ ਵੀ ਇਹ ਗੁਪਤ ਅਸੀਂ ਨਹੀਂ ਦੱਸਦੇ, ਪਤਾ ਤਾਂ ਲੱਗੇ ਨਾ। ਤੇ ਇਹ ਜਿਹੜੀ ਅਕਾਲੀ ਦਲ ਆ, ਬਾਦਲ ਪਾਰਟੀ ਆ, ਇਹ ਭਾਈਵਾਲ ਰਹੀ ਆ ਬੀਜੇਪੀ ਦੀ, ਇਹਨਾਂ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਸੀ ਪਰ ਨਹੀਂ ਕੀਤੀ। ਇਹ ਕੀ ਕਾਰਨ ਕੀ ਮੰਨਦੇ ਹੋ ਕਿਉਂ ਨਹੀਂ ਕੀਤੀ? ਕਿ ਇਹ ਤਾਂ ਨਹੀਂ ਹੈਗਾ ਕਿਤੇ ਨਾ ਕਿਤੇ ਇਸ ਜਦੋਂ ਬਿਰਤਾਂਤ ਦੀ ਸ਼ੁਰੂਆਤ ਹੁੰਦੀ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਅਕਾਲੀ ਜਮਾਤ ਵੀ ਦੋਸ਼ੀ ਹੈ, ਕਿਤੇ ਨਾ ਕਿਤੇ ਉਹ ਕੜੀਆਂ ਫਿਰ ਜੁੜਨਗੀਆਂ, ਪਿੱਛੇ ਤੱਕ ਵੀ ਜਾਣਗੀਆਂ? ਨਹੀਂ, ਅਕਾਲੀ ਜਮਾਤ ਤਾਂ ਨਹੀਂ ਉਹਦੇ ਲਈ ਦੋਸ਼ੀ, ਤੇ ਹੁਣ ਇਹ ਤਾਂ ਇਹੀ ਦੱਸ ਸਕਦੇ ਵੀ ਪਰ ਕਿਤੇ ਨਾ ਕਿਤੇ ਕਿਹਾ ਜਾਂਦਾ ਹੈ ਜਦੋਂ 84 ਦੇ ਵੇਲੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ, ਉਹ ਕਈ ਲੇਖਕਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਵੀ ਕਿਤੇ ਨਾ ਕਿਤੇ ਅਕਾਲੀ ਦਲ ਵੀ ਉਸ ਘਟਨਾਕ੍ਰਮ ਦੇ ਲਈ ਜ਼ਿੰਮੇਵਾਰ ਸੀ। ਚਲੋ ਜੇ ਉਹਦੇ ਲਈ ਅਕਾਲੀ ਦਲ ਜ਼ਿੰਮੇਵਾਰ ਸੀ, ਉਹ ਜਿਹੜੇ ਦਸਤਾਵੇਜ਼ ਹੁਣ ਉਹ ਨਾ ਕੱਢਣ, ਜਿਨ੍ਹਾਂ ਦੀ ਘਟਨਾਵਾਂ ਦੀ ਇਹ ਭੰਡੀ ਕਰਦੇ ਆ, ਇਹਨਾਂ ਦੀ ਭਾਈਵਾਲ ਜਿਹੜੀ ਬੀਜੇਪੀ ਪਾਰਟੀ ਭੰਡੀ ਕਰਦੀ ਆ, ਉਹਨਾਂ ਨੂੰ ਤਾਂ ਇਹਦੇ 'ਚ ਕੋਈ ਦਿਲਚਸਪੀ ਨਹੀਂ ਹੋਣੀ, ਇਹ ਗੁਪਤ ਰਹਿਣ, ਉਹ ਤਾਂ ਕਰ ਹੀ ਸਕਦੇ ਸੀ। ਅੱਜ ਜਿਹੜਾ ਹੁਣ ਜਿਹੜਾ ਬਿਰਤਾਂਤ ਚੱਲ ਰਿਹਾ, ਹੁਣ ਕਿਸਾਨੀ ਮੁੱਦਾ ਚੱਲ ਰਿਹਾ, ਕਿਤੇ ਨਾ ਕਿਤੇ ਕਿਸਾਨਾਂ ਨੂੰ ਵੀ ਇਸ ਮੁੱਦੇ ਦੇ ਉੱਤੇ ਜਿਹੜਾ ਇਹਨੂੰ ਇੱਕ ਕਾਰਪੋਰੇਸ਼ਨ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ, ਇੱਕ ਪੂੰਜੀਵਾਦ ਦੇ ਨਾਲ ਇਸ ਮੁੱਦੇ ਨੂੰ ਉਭਾਰਿਆ ਜਾ ਰਿਹਾ। ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਦੀ ਲੰਮੇ ਸਮੇਂ ਤੋਂ ਲੜਾਈ ਸੀ, 1947 ਤੋਂ ਬਾਅਦ ਲਗਾਤਾਰ ਪੰਜਾਬ ਸੰਘਰਸ਼ ਕਰਦਾ ਆ ਰਿਹਾ, ਕਿਤੇ ਨਾ ਕਿਤੇ ਪੰਜਾਬ ਦੀ ਜਿਹੜੀ ਹੋਂਦ ਦੀ ਲੜਾਈ ਬਣਨੀ ਚਾਹੀਦੀ ਹੈ? ਦੇਖੋ, ਜਿਹੜਾ ਪੰਜਾਬ ਦੇ ਨਾਲ ਹੋ ਰਿਹਾ, ਉਹ ਬਹੁਤ ਸਾਰੇ ਇਹੋ ਜਿਹੇ ਮੁੱਦੇ ਨੇ ਜਿਹੜਾ ਗੈਰ ਸੰਵਿਧਾਨਕ ਹੋ ਰਿਹਾ। ਵੀ ਪੰਜਾਬ ਸਰਕਾਰ ਨੂੰ ਪੰਜਾਬ ਵਿਧਾਨ ਸਭਾ ਕੋਲੇ ਜਿਹੜੀਆਂ ਤਾਕਤਾਂ ਨੇ, ਉਹਨਾਂ ਨੂੰ ਵੀ ਖੋਹ ਕੇ ਕਾਨੂੰਨ ਬਣਾਏ ਜਾ ਰਹੇ ਆ। 1966 ਤੋਂ ਹੀ ਇਹ ਮਤਲਬ ਬੜੀ ਸਪਸ਼ਟ ਮਿਸਾਲ ਆ। ਪਾਣੀਆਂ ਬਾਰੇ ਜਿਹੜਾ ਕਾਨੂੰਨ ਬਣਾਇਆ, ਉਹ ਸੰਵਿਧਾਨ ਦੀ ਉਲੰਘਣਾ ਕਰਕੇ ਜਿਹੜੇ ਪੰਜਾਬ ਦੇ ਰਾਈਟ ਖੋਹੇ ਗਏ। ਆ ਵੀ ਜਿਹੜਾ ਖੇਤੀ ਕਾਨੂੰਨ ਆ, ਇਹ ਵੀ ਸੰਵਿਧਾਨ ਮੁਤਾਬਕ ਸੈਂਟਰ ਸਰਕਾਰ ਇਹ 'ਤੇ ਕਾਨੂੰਨ ਨਹੀਂ ਬਣਾ ਸਕਦੀ, ਇਹ ਸੂਬਿਆਂ ਦਾ ਅਖਤਿਆਰ ਆ, ਇਹ ਵੀ ਖੋਇਆ ਗਿਆ। ਹੁਣ ਤੁਸੀਂ ਆ ਪਰਾਲੀ ਵਾਲਾ ਦੇਖ ਲਓ, ਇਹ ਆ ਜਿਹਨੂੰ ਆਪਾਂ ਕਹਿੰਦੇ ਵੀ ਲਾ ਐਂਡ ਆਰਡਰ, ਸੂਬਿਆਂ ਦਾ ਮੁੱਦਾ, ਸੂਬੇ ਉੱਤੇ ਕਾਨੂੰਨ ਬਣਾਉਂਦੇ। ਜੁਰਮ ਤਾਂ ਹੋ ਰਿਹਾ ਇੱਥੇ ਪੰਜਾਬ ਦੇ ਵਿੱਚ, ਉਹਦਾ ਪਰਚਾ ਦਰਜ ਹੋਊਗਾ ਦਿੱਲੀ, ਆ ਪਰਾਲੀ ਚੱਲਣ ਵਾਲਾ, ਉਹ ਉੱਥੇ ਉਹ ਕਮਿਸ਼ਨ ਬਿਠਾਉਣਾ ਅਤੇ ਉਹ ਇਹਦੀ ਸਜ਼ਾ ਤੈਅ ਕਰੂ ਅਤੇ ਉਹ ਜੁਰਮਾਨਾ ਤੈਅ ਕਰੂ। ਪੰਜਾਬ ਦੇ ਅਧਿਕਾਰਾਂ 'ਤੇ ਤਾਂ ਛਾਪਾ ਹੀ ਮਾਰਿਆ, ਜਿਹੜੀ ਖੁਦ ਮੁਖਤਿਆਰੀ ਹੋਰ ਦੇਣੀ ਤਾਂ ਇੱਕ ਪਾਸੇ ਰਹੀ, ਜਿੰਨੀ ਕੁ ਹੈਗੀ ਉਹ ਵੀ ਖੋਈ ਜਾ ਰਹੀ ਹੈ। ਤੁਹਾਨੂੰ ਨਹੀਂ ਲੱਗਦਾ ਵੀ ਇਹਦਾ ਵਿਜ਼ਨ ਹੁਣ ਤੈਅ ਹੋਣਾ ਚਾਹੀਦਾ? ਜਿਹੜੇ ਸੰਘਰਸ਼ ਚੱਲ ਰਿਹਾ, ਇਹਦਾ ਵਿਜ਼ਨ ਕਿਤੇ ਨਾ ਕਿਤੇ ਤੈਅ ਹੋਵੇ? ਨਹੀਂ, ਇਹਦੇ 'ਚ ਗੱਲ ਇਹ ਬੜੀ ਉੱਭਰ ਕੇ ਆਈ ਆ ਵੀ ਜਿਹੜੇ ਸੂਬਿਆਂ ਦੇ ਅਧਿਕਾਰ ਖੋਏ ਜਾ ਰਹੇ ਆ, ਅਧਿਕਾਰ ਖੋਹ ਕੇ ਹੀ ਇਹ ਜਿਹੜੇ ਕਾਨੂੰਨ ਆ ਬਣਾਏ ਗਏ ਆ। ਮਡਿਆਣੀ ਸਾਹਿਬ, ਇੱਕ ਹੋਰ ਗੱਲ ਬੜੀ ਦੁਖਾਂਤ ਦੀ ਹੈ ਕਿ ਜਿਹੜਾ ਪੰਜਾਬ ਮੋਹਰੀ ਬਣਦਾ ਹੈ ਹਰ ਇੱਕ ਸੰਘਰਸ਼ ਦੇ ਵਿੱਚ, ਪੰਜਾਬ ਮੁੱਢਲੇ ਤੌਰ ਦੇ ਉੱਤੇ ਉੱਭਰ ਕੇ ਸਾਹਮਣੇ ਆਉਂਦਾ ਹੈ, ਕੋਈ ਵੀ ਸੰਘਰਸ਼ ਹੋਵੇ, ਪਰ ਬਾਕੀ ਸੂਬਿਆਂ ਦਾ ਜਿਹੜਾ ਹੈਗਾ ਉਹ ਰਵੱਈਆ ਇਸ ਪ੍ਰਤੀ ਬੜਾ ਵਧੀਆ ਨਹੀਂ ਹੈਗਾ। ਦੇਖੋ, ਇਹ ਤੋਂ ਪਹਿਲਾਂ ਹੋਰ ਸੂਬਿਆਂ ਨਾਲ ਤਾਂ ਕਦੇ ਧੱਕਾ ਹੋਇਆ ਹੀ ਨਹੀਂ। ਪਾਣੀ ਕਿਸੇ ਸੂਬੇ ਦੇ ਨਹੀਂ ਖੋਏ ਗਏ, ਰਾਜਧਾਨੀ ਕਿਸੇ ਸੂਬੇ ਦੀ ਨਹੀਂ ਖੋਈ ਗਈ, ਉਹਨਾਂ ਦੀ ਸੂਬੇ ਦੀ ਬੋਲੀ ਬੋਲਦੇ ਇਲਾਕੇ ਕਦੇ ਦੂਜੇ ਸੂਬੇ 'ਚ ਨਹੀਂ ਰੱਖੇ ਗਏ। ਉਦੋਂ ਤੱਕ ਤਾਂ ਗੱਲ ਸੀਗੀ ਵੀ ਪੰਜਾਬ ਨਾਲ ਧੱਕਾ ਹੋਇਆ ਤਾਂ ਬੋਲਣਾ ਪੰਜਾਬ ਨਹੀਂ ਸੀਗਾ। ਹੁਣ ਵੀ ਪੰਜਾਬ ਨਾਲ ਧੱਕਾ ਹੋਇਆ ਹੋਣ ਕਰਕੇ ਇਹਨਾਂ ਨੂੰ ਇਹ ਲੱਗਦਾ ਵੀ ਸਾਡੇ ਨਾਲ ਹੋਰ ਵੀ ਧੱਕਾ ਹੋ ਸਕਦਾ। ਬਾਹਰਲੇ ਸੂਬਿਆਂ ਨੂੰ ਇਹ ਲੱਗਦਾ ਵੀ ਐਂ ਸਰਕਾਰ ਕਿਵੇਂ ਧੱਕਾ ਕਰ ਲੂ, ਇਹ ਤਾਂ ਗੈਰ ਸੰਵਿਧਾਨ ਹੈਗੇ, ਇਹ ਤਾਂ ਹੋ ਹੀ ਨਹੀਂ ਸਕਦੀ, ਐਂ ਸਾਡੇ ਖੇਤ ਕਿਵੇਂ ਖੋਹ ਲੈਣਗੇ। ਉਹਨਾਂ ਨੂੰ ਲੱਗਦਾ ਨਹੀਂ ਹੈ ਵੀ ਸਾਡੇ ਨਾਲ ਹੋਊਗਾ, ਪੰਜਾਬ ਨੂੰ ਲੱਗਦਾ। ਇਹ ਜਿਹੜਾ ਹੁਣ ਉਭਾਰ ਸਾਹਮਣੇ ਆਇਆ ਵਾ, ਬੜੇ ਡੂੰਘਾਈ ਤੋਂ ਜਿਹੜਾ ਨੌਜਵਾਨ ਵੀ ਉੱਠੇ ਨੇ, ਔਰ ਪਹਿਲਾਂ ਕਿਸਾਨ ਜਥੇਬੰਦੀਆਂ ਸੰਘਰਸ਼ ਕਰਦੀਆਂ ਰਹੀਆਂ, ਹੁਣ ਨੌਜਵਾਨੀ ਵੀ ਉੱਠੀ ਹੈ। ਕਿਤੇ ਨਾ ਕਿਤੇ ਇਹ ਜਿਹੜਾ 1984 ਤੋਂ ਬਾਅਦ 1947 ਤੋਂ ਬਾਅਦ ਜਿਹੜਾ ਲਗਾਤਾਰ ਦੁਖਾਂਤ ਸੀਗਾ, ਕਿਤੇ ਨਾ ਕਿਤੇ ਉਹਦਾ ਪ੍ਰਗਟਾਵਾ ਵੀ ਤੁਸੀਂ ਸਮਝਦੇ ਹੋ ਵੀ ਇਹਦੇ ਇਕੱਲਾ ਕਿਸਾਨੀ ਮੁੱਦਾ ਹੀ ਥੋੜ੍ਹੀ ਸੀਗਾ ਜਿਹੜਾ ਐਡੇ ਵੱਡੇ ਪੱਧਰ ਦੇ ਉੱਤੇ ਉਭਾਰ ਆਇਆ। ਇਹਦੇ ਵਿੱਚ ਕਿਤੇ ਨਾ ਕਿਤੇ ਉਹ ਉਭਾਰ ਵੀ ਸੀਗਾ ਜਿਹੜਾ ਹੌਲੀ ਹੌਲੀ ਧੱਕਾ ਹੋਇਆ ਸਾਡੇ ਨਾਲ, ਪੰਜਾਬ ਨਾਲ। ਨਹੀਂ, ਉਹ ਤਾਂ ਹੈ ਹੀ ਹੈ, ਹੌਲੀ ਹੌਲੀ ਉਹ ਤਾਂ ਅਸਰ ਦਿਖਾਉਂਦਾ ਹੀ ਆ। ਪਰ ਹੁਣ ਫੌਰੀ ਤੌਰ 'ਤੇ ਆ ਕੇ ਜਦੋਂ ਇਉਂ ਲੱਗਣ ਲੱਗ ਗਿਆ ਵੀ ਸਾਡੀਆਂ ਜ਼ਮੀਨਾਂ ਖੋਹ ਲੈਣੀਆਂ ਨੇ, ਅਤੇ ਉਹਦੇ ਨਾਲ ਇੱਕਦਮ ਜਿਹੜੀ ਇਹ ਹਿਲਚੁਲ ਹੋਈ ਵੀ ਅਸੀਂ ਤਾਂ ਫਿਰ ਰਹੀ ਕੱਖ ਜੋਗੇ ਨਹੀਂ ਰਹੇ। ਹੁਣ ਤੁਸੀਂ ਕਿਸੇ ਦੀ ਦੁਕਾਨ ਖੋਲ੍ਹੋ, ਉਹਨੂੰ ਕੋਈ ਨਹੀਂ ਫਰਕ ਪੈਂਦਾ, ਥੋੜ੍ਹਾ ਹੀ ਫਰਕ ਪੈਂਦਾ, ਉਹ ਜਾ ਕੇ ਦੂਏ ਥਾਂ ਹੱਟੀ ਪਾ ਲਊਗਾ।
ਉਹਦੀ ਹੱਟੀ ਖੋਈ ਗਈ, ਉਹਦਾ ਮੁੰਡਾ ਕਿਸੇ ਹੋਰ ਸ਼ਹਿਰ ਜਾ ਕੇ ਕਰ ਲੂਗਾ। ਤਾਂ ਕਿਸਾਨ ਦੀ ਜ਼ਮੀਨ ਖੋਈ ਗਈ, ਇਹ ਕਿਸਾਨੀ ਤੋਂ ਬਿਨਾਂ ਹੋਰ ਕੁਝ ਨਹੀਂ ਕਰ ਸਕਦਾ। ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਜੀ। ਸੋ ਇਹ ਸਨ ਗੁਰਪ੍ਰੀਤ ਸਿੰਘ ਮਡਿਆਣੀ, ਜਿਨ੍ਹਾਂ ਨਾਲ ਗੱਲਾਂ ਬਾਤਾਂ ਕੀਤੀਆਂ ਨੇ। ਅੱਜ ਦੀ ਜਿਹੜੀ ਨੌਜਵਾਨੀ ਹੈ ਉਹਨੂੰ ਜਿਹੜਾ 1984 ਤੋਂ ਬਾਅਦ ਦੁਖਾਂਤ ਵਾਪਰਿਆ ਉਹਦੇ ਬਾਰੇ ਉਸ ਤਰੀਕੇ ਦੇ ਨਾਲ ਜਾਣਕਾਰੀ ਨਹੀਂ ਸੀ। ਸਾਡੀ ਕੋਸ਼ਿਸ਼ ਇਹੀ ਸੀ ਕਿ ਤੁਹਾਨੂੰ ਜਿਹੜੀਆਂ ਕੁਝ ਲੁਕਵੀਆਂ ਗੱਲਾਂ ਨੇ ਜਾਂ ਇਹਦੇ ਪਿੱਛੇ ਜਿਹੜੇ ਕਾਰਨ ਸੀ ਜਾਂ ਉਸ ਵੇਲੇ ਕਿੱਦਾਂ ਦਾ ਬਿਰਤਾਂਤ ਵਾਪਰਿਆ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਸਕੀਏ। ਨਾਲ ਦੀ ਨਾਲ ਕਿਸਾਨੀ ਮੁੱਦਾ ਵੀ, ਕਿਉਂਕਿ ਪੰਜਾਬ ਦੀ ਹੋਂਦ ਦਾ ਸਵਾਲ ਸੀ, ਪੰਜਾਬ ਦੇ ਨਾਲ ਜੁੜਿਆ ਹੋਇਆ ਸੀ। ਇਹ ਸਾਰੇ ਮੁੱਦੇ ਇੱਕ ਕੜੀ ਤੋਂ ਸ਼ੁਰੂ ਹੁੰਦੇ ਨੇ ਔਰ ਪੜਾਅ ਦਰ ਪੜਾਅ ਜਿਹੜਾ ਹੈਗਾ ਇਹ ਅੱਗੇ ਦੀ ਅੱਗੇ ਸੰਘਰਸ਼ ਚੱਲਦਾ ਜਾ ਰਿਹਾ। ਇਸ ਕਰਕੇ ਇਹਨਾਂ ਗੱਲਾਂ ਬਾਤਾਂ ਨੂੰ ਕਰਨਾ ਵੀ ਜ਼ਰੂਰੀ ਸੀ। ਕੈਮਰਾ ਪਰਸਨ ਜਸਵੀਰ ਹੇਰਾਂ ਦੇ ਨਾਲ ਸਨੀ ਸੁਜਾਪੁਰ, STV ਪੰਜਾਬ।